ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਹਾਜ਼ਰ ਹੋ ਚੁੱਕੇ ਹਾਂ ਅੱਜ ਦੀ ਖਾਸ ਪੇਸ਼ਕਸ਼ ਕੌਣ ਬਣੇਗਾ ਮੁੱਖ ਮੰਤਰੀ ਲੈ ਕੇ। ਸੋ ਭਾਰਤ ਦੇਸ਼ ਦੇ ਵਿੱਚ ਅੱਜ ਦੀ ਤਰੀਕ ਦਾ ਇੰਤਜ਼ਾਰ ਪੰਜ ਰਾਜਾਂ ਦੇ ਨਾਲ ਭਾਰਤ ਦੇਸ਼ ਦੇ ਸਾਰੇ ਹੀ ਲੋਕਾਂ ਨੂੰ ਸੀ, ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਭਾਰਤ ਦੇਸ਼ ਦੇ ਵਿੱਚ ਪੰਜ ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਨੇ। ਅਸਾਮ, ਪੱਛਮੀ ਬੰਗਾਲ, ਤਮਿਲਨਾਡੂ, ਕੇਰਲ ਤੇ ਪੁਡੂਚੇਰੀ। ਸੋ ਇਹਨਾਂ ਪੰਜਾਂ ਰਾਜਾਂ ਦੇ ਵਿੱਚ ਅੱਜ ਚੋਣ ਨਤੀਜਿਆਂ ਦਾ ਐਲਾਨ ਹੋ ਰਿਹਾ ਹੈ। ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਕਿ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਵੰਤ ਸਿੰਘ ਟੈਣਾ ਜੀ। ਇਸ ਬਾਬਤ ਵਿਚਾਰ ਚਰਚਾ ਕਰਨ ਦੇ ਲਈ ਟੈਣਾ ਸਾਹਿਬ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਪਰਮਨ ਜੀ, ਤੁਹਾਡਾ ਬਹੁਤ ਬਹੁਤ ਦਿਲੀ ਤੌਰ ਤੇ ਸ਼ੁਕਰੀਆ। ਆਮ ਤੌਰ ਦੇ ਉੱਤੇ ਸਾਡੇ ਹੱਥਾਂ ਦੇ ਵਿੱਚ ਇਹ ਮੋਬਾਈਲ ਨਹੀਂ ਹੁੰਦੇ, ਪਰ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਪਲ ਪਲ ਦੇ ਉੱਤੇ ਜਾਣਕਾਰੀ ਬਦਲ ਰਹੀ ਆ, ਅੱਖ ਝਪਕਦੇ ਆ, ਕੋਈ ਪਿੱਛੇ ਹੋ ਜਾਂਦਾ, ਅੱਖ ਝਪਕਦੇ ਆ, ਕੋਈ ਅੱਗੇ ਹੋ ਜਾਂਦਾ। ਇਸ ਕਰਕੇ ਨਿਗਾਹ ਇਹਦੇ ਉੱਤੇ ਕੇਂਦਰਿਤ ਰੱਖਣ ਦੇ ਲਈ ਹੱਥਾਂ ਦੇ ਵਿੱਚ ਮੋਬਾਈਲ ਫੜੇ ਆ। ਤੇ ਜਿਸ ਤਰੀਕੇ ਦੇ ਨਾਲ ਸਵੇਰ ਦੇ ਵੇਲੇ ਤੋਂ 8 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਦੇ ਕੋਈ ਪਾਰਟੀ ਝੋਲ ਜਾ ਮਾਰਦੀ, ਕਦੇ ਕੋਈ ਅੱਗੇ ਨਿਕਲ ਜਾਂਦਾ। ਉਹਦੇ ਤੋਂ ਬਾਅਦ ਇਉਂ ਲੱਗਦਾ ਵੀ ਨਤੀਜੇ ਬੜੇ ਦਿਲਚਸਪ ਹੋਣਗੇ, ਪਰ ਇਹ ਵੀ ਗੱਲ ਹੈ ਨਤੀਜੇ ਆਸ ਦੇ ਮੁਤਾਬਕ ਹੀ ਆ ਰਹੇ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਪੱਛਮੀ ਬੰਗਾਲ ਦੇ ਵੱਲ ਸਾਰੀ ਦੁਨੀਆ ਦੇ ਵਿੱਚ ਵਸਦੇ ਭਾਰਤੀਆਂ ਦਾ ਧਿਆਨ ਕੇਂਦਰਿਤ ਸੀ, ਉਸ ਦੇ ਮੁਤਾਬਕ ਹੀ ਆ ਰਹੇ ਆ। ਪਰ ਹਾਂ, ਇਹ ਇੱਕ ਵੱਖਰੀ ਗੱਲ ਹੈ ਵੀ ਮਮਤਾ ਬੈਨਰਜੀ ਹਾਲੇ ਤੱਕ 7,500 ਵੋਟ ਦੇ ਫਰਕ ਦੇ ਨਾਲ ਕੁਝ ਮਿੰਟ ਪਹਿਲਾਂ ਤੱਕ ਪਿੱਛੇ ਚੱਲ ਰਹੇ ਆ, ਪਰ 150 ਤੋਂ ਵੱਧ ਸੀਟਾਂ ਦੇ ਉੱਤੇ ਉਹ ਅੱਗੇ ਚੱਲ ਰਹੇ ਆ। 147 ਸੀਟਾਂ ਪੱਛਮੀ ਬੰਗਾਲ ਦੇ ਵਿੱਚ ਬਹੁਮਤ ਦੇ ਲਈ ਚਾਹੀਦੀਆਂ। ਮਮਤਾ ਬੈਨਰਜੀ ਆਸ ਆ ਵੀ ਅਗਲੇ ਗੇੜ ਦੇ ਵਿੱਚ ਸ਼ਾਇਦ ਹਿਸਾਬ ਕਿਤਾਬ ਬਰਾਬਰ ਕਰ ਲੂ, ਪਰ ਜੇਕਰ ਉਹਨਾਂ ਨੂੰ ਮਾਤ ਪੈਂਦੀ ਆ ਤਾਂ ਇਹਦਾ ਮਤਲਬ ਇਉਂ ਲੱਗੂਗਾ ਵੀ ਦਾਲ ਦੇ ਵਿੱਚ ਕੋਕੜੂ ਜਾ ਗਿਆ। ਬਿਲਕੁਲ। ਸੋ ਲਗਾਤਾਰ ਜੋ ਚੋਣ ਨਤੀਜੇ ਆ ਰਹੇ ਨੇ, ਸ਼ੁਰੂਆਤੀ ਰੁਝਾਨਾਂ ਦੀ ਜੇਕਰ ਗੱਲ ਕਰੀਏ ਤਾਂ ਪੱਛਮੀ ਬੰਗਾਲ ਦੇ ਵਿੱਚ ਬੇਸ਼ੱਕ ਤ੍ਰਿਣਮੂਲ ਕਾਂਗਰਸ ਹਜੇ ਬਹੁਮਤ ਦੇ ਲਈ ਅੱਗੇ ਨਜ਼ਰ ਆ ਰਹੀ ਹੈ, ਪਰ ਜੋ ਉਹਨਾਂ ਦੀ ਆਪਣੀ ਸੀਟ ਹੈ, ਨੰਦੀਗ੍ਰਾਮ ਸੀਟ ਹੈ, ਉਹਨਾਂ ਤੋਂ ਪਿੱਛੇ ਹੈ, ਕਾਫੀ ਪਿੱਛੇ ਨਜ਼ਰ ਆ ਰਹੇ ਨੇ, ਜਿੱਥੇ ਉਹਨਾਂ ਦੇ ਜੋ ਸਹਿਯੋਗੀ ਰਹੇ ਇੱਕ ਟਾਈਮ ਦੇ ਉੱਪਰ, ਪਰ ਹੁਣ ਭਾਜਪਾ ਦੇ ਵੱਲੋਂ ਉਹਨਾਂ ਦੇ ਵੱਲੋਂ ਚੋਣ ਮੈਦਾਨ 'ਚ ਉਤਾਰੇ ਗਏ ਸੀ ਸ਼ੁਭੇਂਦੂ, ਉਹ ਅੱਗੇ ਚੱਲ ਰਹੇ ਨੇ, ਕੜੀ ਟੱਕਰ ਦੇ ਰਹੇ ਨੇ। ਜੇਕਰ ਸ਼ੁਭੇਂਦੂ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਇਹ ਉਹ ਸ਼ਖਸ ਨੇ ਜਿਨ੍ਹਾਂ ਨੂੰ ਮਮਤਾ ਬੈਨਰਜੀ ਨੇ ਖੁਦ ਇੱਕ ਜਗ੍ਹਾ ਤੋਂ ਕਹਿੰਦੇ ਨੇ ਕਿ ਫਰਸ਼ ਤੋਂ ਅਰਸ਼ ਤੇ ਲੈ ਕੇ ਗਈ ਸੀ, ਤੇ ਜਦੋਂ ਅਰਸ਼ ਤੇ ਬੰਦਾ ਚਲਿਆ ਜਾਂਦਾ, ਫਿਰ ਜਦੋਂ ਉਹੀ ਬੰਦਾ ਸਾਡੇ ਸਾਹਮਣੇ ਇੱਕ ਜੋ ਟੱਕਰ ਦੇਣ ਦੇ ਲਈ ਖੜ ਜਾਵੇ, ਇੱਕ ਵਿਰੋਧੀ ਦੇ ਤੌਰ ਤੇ ਖੜ ਜਾਵੇ, ਤੇ ਕੁਝ ਹੋਰ ਹੀ ਫੀਲਿੰਗ ਹੁੰਦੀ ਹੈ, ਕੁਝ ਹੋਰ ਹੀ ਭਾਵਨਾ ਹੁੰਦੀ ਹੈ। ਕਿੰਜ ਵੇਖਦੇ ਇਸ ਟੱਕਰ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਬਈ ਬੰਦੇ ਨੂੰ ਆਪਦਾ ਕਿਰਦਾਰ ਉੱਚਾ ਰੱਖਣਾ ਚਾਹੀਦਾ। ਦੂਜੀ ਗੱਲ ਇਹ ਹੈ ਵੀ ਜਿਹਨੇ ਜਿੱਥੋਂ ਤੋਰਿਆ ਹੋਵੇ ਉਹਨੂੰ ਹਮੇਸ਼ਾ ਚੇਤੇ ਰੱਖਣਾ ਚਾਹੀਦਾ। ਪਰ ਇਹ ਗੱਲਾਂ ਸਾਡੇ ਤੁਹਾਡੇ ਜਾਂ ਆਮ ਲੋਕਾਂ ਦੇ ਵੋਟਰਾਂ ਦੇ ਸੋਚਣ ਵਾਲੀਆਂ, ਇਹ ਰਾਜਨੀਤੀ ਦੇ ਵਿੱਚ ਸੋਚਣ ਵਾਲੇ ਨਹੀਂ। ਪੰਜਾਬ ਦੇ ਵਿੱਚ ਵੀ ਤਾਂ ਕਈ ਵਾਰ ਸਕਾ ਭਰਾ ਸਕੇ ਭਰਾ ਦੇ ਖਿਲਾਫ ਹੋਇਆ ਖੜਾ। ਪੰਜਾਬ ਦੇ ਵਿੱਚ ਵੀ ਜੇ ਅੱਜ ਇਸ ਪਾਰਟੀ ਦੇ ਵਿੱਚ ਆ ਤਾਂ ਤੁਹਾਨੂੰ ਇਹ ਲੱਗਦਾ ਵੀ ਪੰਜਾਬ ਦੇ ਸਾਰੇ ਮਸਲੇ ਮੈਂ ਹੱਲ ਕਰਨ ਲਈ ਇੱਥੇ ਆਇਆ। ਉਧਰਲੇ ਪਾਸੇ ਚਲੇ ਗਏ, ਕਹਿ ਦਿੰਦੇ ਇਧਰਲੀ ਪਾਰਟੀ ਮਾੜੀ ਸੀ ਮੈਂ ਤਾਂ ਚੱਲਿਆ। ਮਮਤਾ ਬੈਨਰਜੀ ਨੇ ਜਿਹੜੇ ਮੁਕਾਮ ਦੇ ਉੱਤੇ ਸ਼ੁਭੇਂਦੂ ਅਧਿਕਾਰੀ ਨੂੰ ਪਹੁੰਚਾਇਆ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕੁਝ ਮਹੀਨੇ ਪਹਿਲਾਂ ਉਹ ਛੜੱਪਾ ਮਾਰ ਕੇ ਬੀਜੇਪੀ ਦੇ ਵਿੱਚ ਚਲੇ ਗਏ, ਉਹ ਘਰ ਦਾ ਭੇਤੀ ਵਾਲੀ ਗੱਲ ਆ। ਘਰ ਦਾ ਭੇਤੀ ਲੰਕਾ ਢਾਉਂਦਾ ਹੁੰਦਾ, ਇਹ ਆਪਾਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਵੀ ਪੜ੍ਹਦੇ ਆ। ਸੋ ਜੇਕਰ ਹਾਲਾਂਕਿ ਇਹ ਕਹਿ ਨਹੀਂ ਸਕਦੇ ਵੀ ਜੋ ਇਸ ਵਕਤ ਦੇ ਰੁਝਾਨ ਆ, ਕਿਉਂਕਿ ਹਾਲੇ ਉੱਥੇ 3 ਗੇੜਾਂ ਦੀਆਂ ਵੋਟਾਂ ਦੇ ਨਤੀਜੇ ਸਾਹਮਣੇ ਆਏ ਆ, ਪਰ ਗੱਲ ਇਹ ਜੀ ਕਿ ਜੇਕਰ ਅਗਲੇ ਗੇੜਾਂ ਦੇ ਵਿੱਚ ਵੀ ਸ਼ੁਭੇਂਦੂ ਅਧਿਕਾਰੀ ਅੱਗੇ ਰਹਿੰਦੇ ਆ, ਫਿਰ ਤਾਂ ਮਮਤਾ ਬੈਨਰਜੀ ਹਾਰ ਵੀ ਸਕਦੇ ਆ। ਪਰ ਇਹ ਉਹ ਲੱਗਦਾ ਨਹੀਂ ਵੀ ਜਿਸ ਤਰੀਕੇ ਦੇ ਨਾਲ ਉਸ ਔਰਤ ਨੇ ਆਪਣਾ ਜਜ਼ਬਾ ਪੇਸ਼ ਕੀਤਾ, ਜਿਵੇਂ ਉਹਨੇ ਦ੍ਰਿੜਤਾ ਦਿਖਾਈ ਆ, ਜਿਵੇਂ ਉਹਨੇ ਬਹੁਤ ਕੁਝ ਸਹਿਆ ਐਤਕੀ। ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਜਦੋਂ ਪੂਰੀ ਬੀਜੇਪੀ ਇੱਕ ਔਰਤ ਨੂੰ ਹਰਾਉਣ ਦੇ ਉੱਤੇ ਲੱਗੀ ਹੋਵੇ, ਜਦੋਂ ਸਾਰੇ ਜਾਣੇ ਆਪਦੀ ਪੂਰੀ ਮਸ਼ੀਨਰੀ ਪਤਾ ਨਹੀਂ ਕੀ ਕੁਛ ਉੱਥੇ ਲਾ ਦਿੱਤਾ ਹੋਵੇ, ਝੋਂਕ ਦਿੱਤਾ ਹੋਵੇ ਵੀ ਆਪਾਂ ਇਸ ਸੂਬੇ ਦੇ ਵਿੱਚ ਫਤਿਹ ਹਾਸਲ ਕਰਨੀ ਆ, ਉਸ ਵਕਤ ਜਦੋਂ ਇਹ ਗੱਲ ਕਹੀ ਜਾਂਦੀ ਹੋਵੇ अमित शाह के वल्लों कि देखो जी जब चुनाव के नतीजे आएंगे तो ममता बनर्जी की टांग भी सही हो जाएगी और ये पैदल चलकर जाएंगे अपना इस्तीफा देने के लिए। सो मैं हैरान हाँ इस गल दे उत्ते भी उन्हां नूं तुसीं चिड़ाउंदे रहे हैं। एक पासे कहते रहे दीदी तो हारेगी ही हारेगी, दीदी तो भागेगी ही भागेगी। अज उस दीदी ने, अज उस औरत ने यह जलवा पेश करता भी तुसीं जो मर्जी करी जाओ, जिवें मर्जी कही जाओ, उन्होंने कहने स्ट्रीट लीडर, क्योंकि ममता बनर्जी की पछाण हैगी स्ट्रीट लीडर के तौर के उत्ते। हालांकि पिछले कुछ समय दे विच बहुत सारियां चुनौतियां उन्हां नूं आईयां। उन्हां दे भतीजे ऋषिकेश मुखर्जी दे उत्ते ते कुछ होरनां दे उत्ते बड़े दोष लगे आ। पर गल इह भी इस वक्त जिस तरीके दे नाल उन्हां ने काम आपदा पेश कीता ऋषिकेश बनर्जी ने, पर जिस तरीके दे नाल उन्हां ने अपना जलवा पेश कीता, जिवें उन्हां दे वल्लों चुप रह के चोण प्रचार कीता गया, जिवें व्हील चेयर दे उत्ते बैठ के उन्हां ने प्रचार कीता, ते जिस तरीके दे नाल लोक उन्हां दे नाल जुड़े, वो एक अपने आप
ਤੱਕ ਦੇ ਵਿੱਚ ਕਮਾਲ ਦੀ ਗੱਲ ਆ ਮੇਰੇ ਸਾਹਮਣੇ ਜਿਹੜੀ ਹੁਣ ਜਾਣਕਾਰੀ ਆ ਰਹੀ ਹੈ 157 ਸੀਟਾਂ ਨੇ ਉੱਤੇ ਤ੍ਰਿਣਮੂਲ ਕਾਂਗਰਸ ਅੱਗੇ ਆ। ਇਹ ਐਨਡੀਟੀਵੀ ਦੀ ਰਿਪੋਰਟ ਆ ਤੇ ਬੀਜੇਪੀ ਆ ਜਿਹੜੀ ਉਹ ਇਸ ਵਕਤ 125 ਤੋਂ ਅੱਗੇ ਜਾ ਰਹੀ ਹੈ। ਸੋ ਬਾਕੀ ਜਿਹੜੇ ਸੂਬੇ ਆ ਉਹ ਵੀ ਉਵੇਂ ਹੀ ਹੋ ਰਹੇ ਆ ਜਿਵੇਂ ਕਿ ਸਾਨੂੰ ਆਸ ਸੀ, ਕਿਉਂਕਿ ਪੁਡੂਚੇਰੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਰਹੀ ਹੈ। ਉੱਥੇ ਬੀਜੇਪੀ ਨੇ ਜੋੜ ਤੋੜ ਕੀਤਾ ਸੀਗਾ, ਰਾਸ਼ਟਰਪਤੀ ਰਾਜ ਲਾਗੂ ਕਰਤਾ, ਇਹਨਾਂ ਨੇ ਆਪਣੇ ਹੱਥ ਦੇ ਵਿੱਚ ਕਰ ਲੈਣਾ ਸੀਗਾ। ਅਸਾਮ ਦੇ ਵਿੱਚ ਫਿਰ ਬੀਜੇਪੀ ਦੀ ਸਰਕਾਰ ਬਣ ਰਹੀ ਹੈ, ਕੇਰਲਾ ਦੇ ਵਿੱਚ ਫਿਰ ਕਾਮਰੇਡ ਆ ਰਹੇ ਆ। ਸੋ ਇਸ ਤਰੀਕੇ ਦੇ ਸਾਰੇ ਹਾਲਾਤ ਆ, ਪਰ ਸਭ ਦੁਨੀਆ ਦੀ ਨਜ਼ਰ ਆ ਜਿਹੜੀ ਉਹ ਪੱਛਮੀ ਬੰਗਾਲ ਤੇ ਟਿਕੀ ਸੀ। ਬਿਲਕੁਲ ਟੈਨਾ ਭਾਜੀ, ਇੱਕ ਜੋ ਪੱਛਮੀ ਬੰਗਾਲ ਦੀ ਨਜ਼ਰ ਦੇ ਉੱਪਰ ਨਜ਼ਰ ਆ ਜੋ ਪੰਜਾਬੀਆਂ ਦੀ ਖਾਸ ਤੌਰ ਤੇ ਹੈ, ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਕਿਸਾਨਾਂ ਦੇ ਲਈ ਜੋ 3 ਖੇਤੀ ਕਾਨੂੰਨ ਕੇਂਦਰ ਦੀ ਸਰਕਾਰ ਦੇ ਵੱਲੋਂ ਲਿਆਂਦੇ ਗਏ, ਲਗਾਤਾਰ ਉਸ ਦੇ ਚੱਲਦਿਆਂ ਪੂਰੇ ਭਾਰਤ ਦੇਸ਼ ਤੋਂ ਕਿਸਾਨ ਸੰਘਰਸ਼ ਦੇ ਰਾਹ ਤੇ ਪਏ ਹੋਏ ਨੇ। ਤੇ ਜਦੋਂ ਹੁਣ ਪੱਛਮੀ ਬੰਗਾਲ ਦੀਆਂ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ, ਖਾਸ ਤੌਰ ਦੇ ਉੱਪਰ ਕਿਸਾਨ ਆਗੂਆਂ ਦੇ ਵੱਲੋਂ ਜਾ ਕੇ ਪੱਛਮੀ ਬੰਗਾਲ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ। ਉਹਨਾਂ ਦਾ ਸਿਰਫ ਇੱਕ ਹੀ ਮਕਸਦ ਸੀ ਕਿ ਜੋ ਭਾਜਪਾ ਦੀ ਸਰਕਾਰ ਕੇਂਦਰ 'ਚ ਬਹਿ ਕੇ ਜਿਹੋ ਜਿਹੀ ਤਾਨਾਸ਼ਾਹੀ ਕਰ ਰਹੀ ਹੈ, ਦੂਜੇ ਸੂਬਿਆਂ ਦੇ ਨਾਲ ਕਰ ਰਹੀ ਹੈ, ਤੁਸੀਂ ਇਸ ਤੋਂ ਬਚ ਸਕਦੇ ਹੋ ਜੇਕਰ ਤੁਸੀਂ ਪੱਛਮੀ ਬੰਗਾਲ 'ਚ ਭਾਜਪਾ ਦੀ ਸਰਕਾਰ ਨਹੀਂ ਲਿਆਂਦੇ। ਸੋ ਕਿਸਾਨਾਂ ਦੀ ਅਪੀਲ ਸੀ ਕਿ ਵੀ ਪੱਛਮੀ ਬੰਗਾਲ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਕਿ ਭਾਜਪਾ ਨੂੰ ਵੋਟ ਨਾ ਪਾਓ, ਹੋਰ ਜਿਸ ਮਰਜ਼ੀ ਪਾਰਟੀ ਨੂੰ ਪਾ ਦਿਓ। ਕੀ ਲੱਗਦਾ ਹੈ ਕਿ ਕਿਸਾਨਾਂ ਦੀ ਵੀ ਨਜ਼ਰ ਟਿਕੀ ਹੈ, ਪੰਜਾਬੀਆਂ ਲਈ ਖਾਸ ਧਿਆਨ ਹੈ ਪੱਛਮੀ ਬੰਗਾਲ, ਕੀ ਲੱਗਦਾ ਮਿਹਨਤ ਰੰਗ ਲਿਆਏਗੀ? ਮੈਨੂੰ ਲੱਗਦਾ, ਕਿਉਂਕਿ ਜਿਸ ਤਰੀਕੇ ਦੇ ਹੁਣ ਰੁਝਾਨ ਸਾਹਮਣੇ ਆਏ ਆ, ਦੇਖੋ ਮੈਂ ਫਿਰ ਪਹਿਲਾਂ ਗੱਲ ਕਹੀ ਸੀ 147 ਸੀਟਾਂ ਚਾਹੀਦੀਆਂ ਬਹੁਮਤ ਦੇ ਲਈ, 294 ਸੀਟਾਂ ਉੱਥੋਂ ਦੀਆਂ ਕੁੱਲ ਆ, ਉਦਾਂ 148 ਆ, 2 ਸੀਟਾਂ ਦੇ ਉੱਤੇ ਚੋਣ ਨਹੀਂ ਹੋਈ, ਇਸ ਕਰਕੇ ਬਹੁਮਤ ਆ ਜਿਹੜਾ ਉਹਦਾ ਅੰਕੜਾ 147 ਆ। 147 ਚਾਹੀਦੀਆਂ, 159 ਤੋਂ ਉੱਤੇ ਹੁਣ ਤੱਕ ਤ੍ਰਿਣਮੂਲ ਕਾਂਗਰਸ ਅੱਗੇ ਜਾ ਰਹੀ ਹੈ, ਬੀਜੇਪੀ 129 ਤੋਂ ਅੱਗੇ ਜਾ ਰਹੀ ਹੈ। ਪਰ ਇੱਕ ਗੱਲ ਹੋਰ ਆ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਸ਼ਰਤਾਂ ਲੱਗੀਆਂ ਉਹ ਦੱਸਣ ਦੇ ਲਈ ਕਾਫੀ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਉੱਤੇ ਭਰੋਸਾ ਕਿੰਨਾ, ਇੱਕ ਔਰਤ ਦੇ ਨਾਲ ਲੋਕਾਂ ਦੇ ਜਜ਼ਬਾਤ ਕਿਵੇਂ ਜੁੜੇ ਹੋਏ ਆ। ਬਠਿੰਡੇ ਦੇ ਵਿੱਚੋਂ ਪਰਸੋਂ ਖਬਰ ਆਈ ਹੈ, ਇੱਕ ਬੰਦੇ ਨੇ ਲੱਖ ਰੁਪਏ ਦੀ ਸ਼ਰਤ ਲਾਈ ਹੈ, ਉਹਨੇ ਇਹ ਗੱਲ ਕਹੀ ਹੈ ਜੀ ਕਿ ਮਮਤਾ ਬੈਨਰਜੀ ਜਿੱਤੂ। ਦੂਜਾ ਜਿਹੜਾ ਉਹ ਕਹਿੰਦਾ ਨਾ ਐਤਕੀ ਦੇਖੋ ਜੋ ਮਰਜ਼ੀ ਹੋ ਜਾਏ, ਭਾਵੇਂ ਇਧਰਲਾ ਪਾਸਾ ਇਧਰ ਹੋ ਜਾਏ, ਐਤਕੀ ਮੋਦੀ ਦਾ ਜਲਵਾ ਹੋਊਗਾ। ਐਤਕੀ ਤਾਂ ਭਾਜਪਾ ਦੇ ਵੱਲੋਂ ਕੋਈ ਆਪਦਾ ਮੁੱਖ ਮੰਤਰੀ ਦਾ ਉਮੀਦਵਾਰ ਵੀ ਨਹੀਂ ਖੜਾ ਕੀਤਾ ਗਿਆ ਸੀਗਾ। ਸੋ ਇਸ ਕਰਕੇ ਹਾਲਾਤ ਆ ਜਿਹੜੇ ਉਹ ਪੰਜਾਬ ਦੇ ਲੋਕਾਂ ਦੇ ਧਿਆਨ ਗੋਚਰੇ ਰਹੇ ਆ। ਉਹਦਾ ਕਾਰਨ ਸਭ ਤੋਂ ਵੱਡਾ ਇਹ ਆ ਵੀ 5.5 ਮਹੀਨੇ ਹੋ ਚੱਲੇ ਆ ਕਿਸਾਨਾਂ ਨੂੰ ਬਾਰਡਰ ਦੇ ਉੱਤੇ ਬੈਠਿਆ, ਬੀਜੇਪੀ ਦੀ ਸਰਕਾਰ ਨੇ ਟਿੱਚ ਜਾਣਿਆ। ਤੁਸੀਂ ਦੇਖੋ ਵੀ 26 ਜਨਵਰੀ ਤੋਂ ਪਹਿਲਾਂ 22 ਤਰੀਕ ਨੂੰ ਆਖਰੀ ਮੀਟਿੰਗ ਹੋਈ ਆ, ਆਖਰੀ ਮੀਟਿੰਗ ਦੇ ਵਿੱਚ ਵੀ ਨਰਿੰਦਰ ਸਿੰਘ ਤੋਮਰ ਤੇ ਬਾਕੀ ਮੰਤਰੀ ਇਹ ਗੱਲ ਕਹਿ ਕੇ ਚਲੇ ਗਏ, ਕਹਿੰਦੇ ਇਉਂ ਕਰੋ ਫਿਰ ਤੁਸੀਂ ਆਪਦੀ ਤਿਆਰੀ ਕਰੋ ਤੇ ਅਸੀਂ ਆਪਦੀ ਤਿਆਰੀ ਕਰਦੇ ਆ। ਉਹਨਾਂ ਨੇ ਆਪਦੀ ਤਿਆਰੀ ਕੀਤੀ, ਉਹਨਾਂ ਨੇ ਆਪਦੀ ਕੀਤੀ, ਪਰ ਕਿਸਾਨਾਂ ਨੂੰ ਪਤਾ ਨਹੀਂ ਸੀ ਵੀ ਇਹਨਾਂ ਨੇ ਅੰਦਰ ਖਾਤੇ ਕਿਹੜੀ ਤਿਆਰੀ ਕਰ ਲਈ ਤੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਲਾਲ ਕਿਲੇ ਵਾਲਾ ਜੋ ਉਹਨਾਂ ਨੇ ਛੜਯੰਤਰ ਰਚਿਆ ਆਪਾਂ ਨੂੰ ਪਤਾ। ਉਸ ਤੋਂ ਬਾਅਦ ਕਿਸਾਨਾਂ ਦੇ ਕੋਲੇ ਇੱਕੋ ਹੀ ਹੱਲਾ ਸੀ ਵੀ ਇਹਨਾਂ ਨੂੰ ਸਿਰਫ ਵੋਟਾਂ ਦੀ ਭਾਸ਼ਾ ਸਮਝ ਆਉਂਦੀ ਹੈ ਤੇ ਜਾ ਕੇ ਆਪਾਂ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਦੀ ਪਿੱਠ ਲਵਾਈਏ। ਕਿਸਾਨਾਂ ਨੇ ਬਹੁਤ ਮਿਹਨਤ ਕੀਤੀ ਉੱਥੇ ਜਾ ਕੇ, ਕਿਸਾਨਾਂ ਨੇ ਜਲਵਾ ਪੇਸ਼ ਕੀਤਾ ਆਪਦਾ। ਸੋ ਜੇਕਰ ਅੱਜ ਬੀਜੇਪੀ ਨੂੰ ਮਾਤ ਪੈਂਦੀ ਆ ਤਾਂ ਇਹਦਾ ਮਤਲਬ ਇਹ ਆ ਵੀ ਕਿਸਾਨਾਂ ਦੀ ਭਾਵਨਾ ਜਿਹੜੀ ਉਹ ਸਹੀ ਸੀ, ਇਹਦਾ ਮਤਲਬ ਇਹ ਆ ਵੀ ਕਿਸਾਨਾਂ ਦਾ ਪ੍ਰਭਾਵ ਹੈ ਤੇ ਮੰਨਿਆ ਇਹ ਜਾ ਰਿਹਾ। ਇਸ ਕਰਕੇ ਪੰਜਾਬ 'ਚ ਸ਼ਰਤਾਂ ਲੱਗ ਰਹੀਆਂ ਕਿਉਂਕਿ ਲੋਕਾਂ ਨੂੰ ਲੱਗਦਾ ਵੀ ਜੇਕਰ ਬੀਜੇਪੀ ਨੂੰ ਉੱਥੇ ਭਾਂਜ ਮਿਲਦੀ ਆ ਤਾਂ ਹੋ ਸਕਦਾ ਉਹਨਾਂ ਨੂੰ ਲੱਗੇ ਵੀ ਕਿਸਾਨ ਵੀ ਕੰਮ ਦੇ ਆ। ਜੇ ਮੰਨ ਲਓ ਬੀਜੇਪੀ ਉੱਥੇ ਜਿੱਤ ਜਾਂਦੀ, ਉਹਨਾਂ ਨੇ ਕਹਿਣਾ ਸੀਗਾ ਵੀ ਫਿਰ ਕੀ ਹੋ ਗਿਆ। ਮੇਰੀ ਇੱਕ ਬੀਜੇਪੀ ਦੇ ਨੇਤਾ ਨਾਲ ਗੱਲ ਹੋਈ ਹੈ 4 ਦਿਨ ਪਹਿਲਾਂ, ਮੈਂ ਕਿਹਾ ਯਾਰ ਵੀ ਇੰਨੀ ਢੀਠਤਾਈ ਤੁਸੀਂ ਕੁਝ ਸੋਚਦੇ ਹੀ ਨਹੀਂ ਗਏ, ਇੰਨੇ ਮਾਵਾਂ ਦੇ ਪੁੱਤ ਜਹਾਨੋਂ ਚਲੇ ਗਏ, ਇੰਨੀਆਂ ਭੈਣਾਂ ਦੀ ਮੌਤ ਹੋ ਗਈ, ਕੋਈ ਸੋਚਦੇ ਨਹੀਂ। ਕਹਿੰਦਾ ਬਾਈ ਜੀ ਕੀ ਫਰਕ ਪੈਂਦਾ? ਮੈਂ ਕਿਹਾ ਉਹ ਕਿਵੇਂ? ਕਹਿੰਦਾ ਹਕੀਕਤ ਇਹ ਆ ਵੀ ਹਰਿਆਣੇ ਦੇ ਵਿੱਚ 3.5 ਸਾਲ ਬਾਅਦ ਵੋਟਾਂ ਪੈਣੀਆਂ, ਪੰਜਾਬ ਦੇ ਵਿੱਚ ਅਸੀਂ ਆਏ ਨਹੀਂ, ਅਸੀਂ ਆਉਣ ਦੀ ਸੰਭਾਵਨਾ ਨਹੀਂ ਰੱਖਦੇ, ਪੱਛਮੀ ਬੰਗਾਲ ਦੇ ਵਿੱਚ ਅਸੀਂ ਜਿੱਤ ਹੀ ਜਾਵਾਂਗੇ। ਤੇ ਮੈਂ ਕਿਹਾ ਯੂਪੀ, ਕਹਿੰਦਾ ਯੂਪੀ ਦੇ ਵਿੱਚ ਸਿਰਫ ਕਿਸਾਨ 40 ਸੀਟਾਂ ਦੇ ਉੱਤੇ ਅਸਰ ਪਾਉਂਦੇ ਆ। ਮਤਲਬ ਇਹ ਆ ਵੀ ਉਹ ਤਾਂ ਗਿਣਤੀਆਂ ਮਿਣਤੀਆਂ ਇਉਂ ਕਰਕੇ ਬੈਠੇ ਆ ਵੀ ਸਾਨੂੰ ਕੀ ਫਰਕ ਪੈਂਦਾ, ਪੰਜਾਬ ਦੇ ਨਾਲ ਸਾਡਾ ਕੀ ਤਾਲੁਕ ਆ, ਇੱਥੋਂ ਦੀਆਂ ਜਿਹੜੀਆਂ 117 ਸੀਟਾਂ 13 ਲੋਕ ਸਭਾ ਦੀਆਂ ਸੀਟਾਂ ਉਹਦੇ ਨਾਲ ਕੀ ਸਾਨੂੰ ਫਰਕ ਪੈਂਦਾ, ਅੱਗੇ ਕਿਹੜਾ ਅਸੀਂ 13 ਦੀਆਂ 13 ਜਿੱਤਦੇ ਆ, 3 ਨਹੀਂ ਜਿੱਤਦੇ ਅੱਗੇ। ਸੋ ਇਸ ਕਰਕੇ ਜਿਹੜਾ ਅੱਜ ਵਾਲਾ ਨਤੀਜਾ ਹੋਊਗਾ ਇਹ ਸ਼ਾਇਦ ਬੀਜੇਪੀ ਨੂੰ ਹਲੂਣਾ ਦੇਣ ਦੇ ਲਈ ਕਾਫੀ ਹੋਵੇ ਵੀ ਅਸੀਂ ਗਲਤੀਆਂ ਵੀ ਕਰਦੇ ਰਹੇ ਹਾਂ। ਬਿਲਕੁਲ। ਸੋ ਲਗਾਤਾਰ ਜੇ ਕੇਂਦਰ ਦੀ ਭਾਜਪਾ ਸਰਕਾਰ ਦੀ ਗੱਲ ਕਰੀਏ ਤੇ ਪੱਛਮੀ ਬੰਗਾਲ 'ਚ ਚੋਣਾਂ ਦੀ ਗੱਲ ਕਰੀਏ ਤਾਂ ਜੋ ਇਹ ਮੈਦਾਨ ਸਿਆਸੀ ਮੈਦਾਨ ਜਦੋਂ ਇਹ ਗਰਮਾਇਆ ਸੀ ਤੇ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੱਕ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀ ਸਿਰਫ ਤੇ ਸਿਰਫ ਇੱਕ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਜੋ ਮਮਤਾ ਬੈਨਰਜੀ ਹੈ ਉਸ ਨੂੰ ਹਰਾਉਣ ਦੇ ਲਈ। ਟਾਣਾ ਸਾਹਿਬ ਲਗਾਤਾਰ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜਿਸ ਦਾਅਵੇ ਦੇ ਨਾਲ, ਜਿਸ ਵਿਸ਼ਵਾਸ ਦੇ ਨਾਲ ਬੀਜੇਪੀ ਕਹਿ ਦਿੰਦੀ ਹੈ ਨਾ ਕਿ ਚੋਣਾਂ ਤਾਂ ਅਸੀਂ ਜਿੱਤਾਂਗੇ ਤੇ ਚੋਣ ਨਤੀਜੇ ਚਾਹੇ ਅੰਤਿਮ ਪੜਾਅ ਤੇ ਜਾ ਕੇ ਇੱਕਦਮ ਜਦੋਂ ਪਲਟਾ ਖਾਂਦੇ ਨੇ, ਪਹਿਲਾਂ ਕੋਈ ਹੋਰ ਪਾਰਟੀ ਅੱਗੇ ਹੁੰਦੀ, ਇੱਕਦਮ ਬੀਜੇਪੀ ਚਾਹੇ ਘੱਟ ਵੋਟਾਂ ਨਾਲ ਜਿੱਤਦੀ ਹੈ, ਜਿੱਤ ਜਾਂਦੀ ਹੈ, ਉਹਨਾਂ ਦਾ ਉਹ ਦਾਅਵਾ, ਉਹਨਾਂ ਦਾ ਵਿਸ਼ਵਾਸ ਸੱਚਾ ਹੋ ਜਾਂਦਾ ਹੈ। ਲੋਕ ਈਵੀਐਮ ਤੇ ਵੀ ਸਵਾਲ ਚੁੱਕਦੇ ਨੇ, ਕਿੰਜ ਵੇਖਦੇ ਹੋ? ਦੇਖੋ ਗੱਲ ਇਹ ਆ ਕਿ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਕਿਉਂ ਪੈਦਾ ਹੋਇਆ?
ਜਦੋਂ ਪੂਰੇ ਭਾਰਤ ਦੇ ਵਿੱਚ ਵਿਰੋਧ ਚੱਲ ਰਿਹਾ ਹੋਵੇ, ਗੱਲ ਇਹ ਨਹੀਂ ਮੈਂ ਇਹ ਸੋਚਦਾ ਵੀ 1 ਮਿੰਟ ਲਈ ਅਸੀਂ ਕਿਸਾਨੀ ਨੂੰ ਪਰੇ ਕਰ ਦਈਏ। ਅਸੀਂ ਤੁਸੀਂ ਸਾਰੇ ਪੰਜਾਬ ਦੇ ਲੋਕ ਚਲੋ ਕਿਸਾਨੀ ਨਾਲ ਜੁੜੇ ਆ, ਪਰ ਜੇਕਰ ਅਸੀਂ ਕਿਸਾਨ ਪਰੇ ਕਰਕੇ ਮਹਿੰਗਾਈ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਮਹਿੰਗਾਈ ਤਾਂ ਇੱਕ ਬਰਾਬਰ ਹੀ ਆ। ਇਹ ਤਾਂ ਹੈ ਨਹੀਂ ਪੱਛਮੀ ਬੰਗਾਲ, ਕੇਰਲਾ, ਪੁਡੂਚੇਰੀ, ਤਾਮਿਲਨਾਡੂ ਤੇ ਅਸਾਮ ਦੇ ਵਿੱਚ ਜਿਹੜਾ ਤੇਲ ਆ ਇਹ 70 ਰੁਪਏ ਆ, ਇਹ 50 ਰੁਪਏ ਆ, ਮਿਲਦਾ ਉਹਨਾਂ ਨੂੰ ਵੀ 100 ਦੇ ਨੇੜੇ ਤੇੜੇ ਆ। ਲੋਕਾਂ ਦਾ ਇਹ ਮੰਨਣਾ ਵੀ ਪਤਾ ਨਹੀਂ ਕਿਹੜੀ ਦਿਮਾਗ ਨੂੰ ਇਸ ਵਕਤ ਰੰਗਣੀ ਚਾੜੀ ਆ, ਜਿਹਦੇ ਕਰਕੇ ਲੋਕ ਧਰਮ 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 ਕਰੀ ਜਾਂਦੇ ਆ, ਧਰਮ ਦੇ ਨਾਂ ਦੇ ਉੱਤੇ ਵੋਟਾਂ ਪਾਈ ਜਾਂਦੇ ਆ, ਪਰ ਮੁੱਢਲੀਆਂ ਸਹੂਲਤਾਂ ਹੈ ਕਿੱਥੇ। ਇਹ ਉਹ ਵੇਲਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਕੇਂਦਰ ਦੀ ਸਰਕਾਰ ਨੂੰ ਦੁਨੀਆ ਭਰ ਦੇ ਮੀਡੀਆ ਨੇ ਨਿੰਦਿਆ, ਇਸ ਕਰਕੇ ਵੀ ਇਹਨਾਂ ਨੇ ਮਹਾਮਾਰੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਚੋਣ ਰੈਲੀਆਂ ਕੀਤੀਆਂ, ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਤਾਂ ਇਉਂ ਅਸੀਂ ਵੇਖਿਆ ਵੀ ਜਿਵੇਂ ਉਹ ਇੱਕ ਆਹ ਸੂਬਾ ਰਹਿ ਗਿਆ ਸੀ ਪੱਛਮੀ ਬੰਗਾਲ, ਜੇ ਕਿਤੇ ਇਹ ਵੀ ਇਹਨਾਂ ਦੇ ਹੱਥ ਦੇ ਵਿੱਚ ਹੋਵੇ ਤਾਂ ਦੇਸ਼ ਦਾ ਪਾਰ ਉਤਾਰੇ ਤਾਂ ਹੁੰਦਾ। ਦੇਸ਼ ਦੇ ਵਿੱਚ ਜਿੰਨੀਆਂ ਵੀ ਅੱਜ ਤੱਕ ਮੁਸੀਬਤਾਂ ਆਈਆਂ ਉਹ ਸਿਰਫ ਤਾਂ ਕਰਕੇ ਆ ਵੀ ਪਿਛਲੇ 10 ਸਾਲ ਤੋਂ ਮਮਤਾ ਬੈਨਰਜੀ ਦੀ ਸਰਕਾਰ ਆ। ਜਿਹੜੇ ਸੂਬਿਆਂ ਦੇ ਵਿੱਚ ਸਰਕਾਰਾਂ ਇਹਨਾਂ ਦੀਆਂ ਹੈਗੀਆਂ ਉੱਥੇ ਕਿੰਨੇ ਕੁ ਵਾਰੇ ਨਿਆਰੇ ਹੋਏ ਆ। ਉੱਥੇ ਅਮਿਤ ਸ਼ਾਹ ਹੋਰੀ ਜਾ ਕੇ ਕਹਿੰਦੇ ਜੀ ਕਿ ਅਸੀਂ ਤਾਂ ਲੱਖਾਂ ਦੀ ਗਿਣਤੀ 'ਚ ਨੌਕਰੀਆਂ ਦੇਵਾਂਗੇ, 75 ਲੱਖ ਨੌਕਰੀ ਦੇ ਦਾਂਗੇ 5 ਸਾਲਾਂ 'ਚ, ਸਾਨੂੰ ਮੌਕਾ ਦਿਓ। ਹਰਿਆਣੇ ਦੇ ਵਿੱਚ 75 ਲੱਖ ਮਿਲ ਗਈ, ਇੱਥੇ ਸਰਕਾਰ ਇਹਨਾਂ ਦੀ ਆ। ਯੂਪੀ ਦੇ ਵਿੱਚ ਮਿਲ ਗਈ, ਸਰਕਾਰ ਇਹਨਾਂ ਦੀ ਆ। ਸੋ ਲੋਕ ਐਤਕੀ ਥੋੜਾ ਜਿਹਾ ਸੋਚਣ ਵਿਚਾਰਨ ਵਾਲੇ ਆ। ਅਸੀਂ ਪੰਜਾਬ ਦੇ ਲੋਕ ਆਮ ਤੌਰ ਦੇ ਉੱਤੇ ਲਹਿਰ ਬਣਾ ਲੈਨੇ ਆ, ਪਰ ਲਹਿਰ ਨੂੰ ਬਚਾ ਕੇ ਨਹੀਂ ਰੱਖਦੇ। ਆ ਪਿੱਛੇ ਜੇ ਰੈਲੀਆਂ ਹੋਈਆਂ, ਲੋਕ ਫੇਰ ਕਦੇ ਅੱਧੇ ਕਿੱਧਰ ਨੂੰ ਹੋ ਗਏ, ਅੱਧੇ ਕਿੱਧਰ ਨੂੰ ਹੋ ਗਏ, ਨਾਲੇ ਦੋਸ਼ ਲਾਈ ਜਾਂਦੇ ਆ, ਨਾਲੇ ਉਹਨਾਂ ਦੇ ਮਗਰੀ ਤੁਰੇ ਫਿਰਦੇ ਆ। ਪਰ ਪੱਛਮੀ ਬੰਗਾਲ ਦੇ ਲੋਕਾਂ ਦੇ ਅੰਦਰ ਗੈਰਤ ਮੇਰਾ ਖਿਆਲ ਵੀ ਜਾਗਦੀ ਆ। ਉਹਨਾਂ ਨੇ ਸ਼ਾਇਦ ਇਹ ਸੋਚਿਆ ਕਿ ਅਸੀਂ ਭਾਈ ਗਲਤ ਨੂੰ ਗਲਤੀ ਮੰਨੀਏ। ਸੋ ਪਰ ਮੈਂ ਇੱਕ ਗੱਲ ਜ਼ਰੂਰ ਸੋਚਦਾ ਵੀ ਜੇਕਰ ਮਮਤਾ ਬੈਨਰਜੀ ਨੂੰ ਬਹੁਮਤ ਨਾ ਮਿਲਦਾ ਪਾਰਟੀ ਨੂੰ, ਤਾਂ ਵੀ ਉੱਥੇ ਬੀਜੇਪੀ ਨੇ ਆਪਦਾ ਜੁਗਾੜ ਲਾਉਣ ਦੇ ਵਿੱਚ ਅਸਫਲ ਹੋਣਾ ਸੀ। ਆਮ ਤੌਰ ਤੇ ਜਿਵੇਂ ਤੁਹਾਡਾ ਸਵਾਲ ਸੀਗਾ ਵੀ ਬੀਜੇਪੀ ਆ ਜਿਹੜੀ ਉਹ ਘੱਟ ਸੀਟਾਂ ਲੈਣ ਦੇ ਬਾਵਜੂਦ ਹੋਰਨਾਂ ਦੇ ਨਾਲ ਗੰਢ ਧੁੱਪ ਕਰਕੇ ਤੇ ਉਹ ਸਰਕਾਰ ਬਣਾ ਲੈਂਦੀ ਰਾਜਪਾਲ ਦੇ ਨਾਲ ਮਿਲ ਕੇ। ਪਰ ਪੱਛਮੀ ਬੰਗਾਲ ਦੇ ਵਿੱਚ ਕਿਉਂਕਿ ਵਿਰੋਧੀ ਪਾਰਟੀਆਂ ਦੇ ਤੌਰ ਦੇ ਉੱਤੇ ਕਾਮਰੇਡ ਤੇ ਕਾਂਗਰਸ, ਇਹਨਾਂ ਦੇ ਨਾਲ ਉਹਨਾਂ ਦਾ ਗੱਠਜੋੜ ਹੋਣਾ ਨਹੀਂ ਸੀਗਾ ਬੀਜੇਪੀ ਦਾ। ਇਹਨਾਂ ਨੇ ਵੀ ਸਾਥ ਆ ਜਿਹੜਾ ਉਹ ਚਾਹੁੰਦਿਆਂ ਨਾ ਚਾਹੁੰਦਿਆਂ ਦੇਣਾ ਸੀਗਾ ਮਮਤਾ ਬੈਨਰਜੀ ਦੀ ਪਾਰਟੀ ਨੂੰ। ਇਸ ਕਰਕੇ ਐਤਕੀ ਬੀਜੇਪੀ ਨੂੰ ਜਿਹੜੀ ਵੈਸੇ ਤਾਂ ਉਹ ਇਸ ਗੱਲ ਦਾ ਬਹੁਤ ਵੱਡਾ ਹੁਲਾਰਾ ਮੰਨਣਗੇ ਵੀ ਸਾਨੂੰ ਦੇਖੋ ਸੀਟਾਂ ਕਿੰਨੀ ਵੱਡੀ ਗਿਣਤੀ 'ਚ ਮਿਲ ਗਈਆਂ, ਪਰ ਗੱਲ ਸਰਕਾਰ ਦੇ ਉੱਤੇ ਆ ਕੇ ਜਦੋਂ ਟਿਕਦੀ ਹੈ ਤਾਂ ਇਹ ਇੱਕ ਬਹੁਤ ਵੱਡੀ ਚੁਣੌਤੀ ਵਾਲੀ ਗੱਲ ਹੋਊਗੀ। ਬਿਲਕੁਲ। ਸੋ ਲਗਾਤਾਰ ਜੋ ਫਸਵੀਂ ਟੱਕਰ ਦੇਖਣ ਨੂੰ ਮਿਲ ਰਹੀ ਹੈ, ਤਿੱਖੀ ਟੱਕਰ ਵੇਖਣ ਨੂੰ ਮਿਲ ਰਹੀ ਹੈ ਪੱਛਮੀ ਬੰਗਾਲ ਦੇ ਵਿੱਚ, ਜਿੱਥੇ ਨੰਦੀਗ੍ਰਾਮ ਸੀਟ ਦੇ ਉੱਪਰ ਮਮਤਾ ਬੈਨਰਜੀ ਤੇ ਉਹਨਾਂ ਦੇ ਵਿਰੋਧੀ ਭਾਜਪਾ ਦੇ ਵੱਲੋਂ ਜੋ ਸ਼ੁਭੇਂਦੂ ਖੜੇ ਹੋਏ ਨੇ ਉਹ ਟੱਕਰ ਦੇ ਰਹੇ ਨੇ। ਉੱਥੇ ਦੂਜੇ ਸੂਬਿਆਂ ਦੀ, ਦੂਜੇ ਰਾਜਾਂ ਦੀ ਗੱਲ ਕਰ ਲੈਂਦੇ ਆ ਤੇ ਅਸਾਮ ਦੇ ਵਿੱਚ ਕੀ ਸਥਿਤੀ ਬਣੀ ਹੋਈ ਹੈ? ਦੇਖੋ ਅਸਾਮ ਦੇ ਵਿੱਚ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬੀਜੇਪੀ ਨੂੰ ਹੀ ਇਸ ਵਕਤ ਬਹੁਮਤ ਮਿਲ ਰਿਹਾ। ਅਸਾਮ ਦੇ ਵਿੱਚ ਅੱਜ ਜਿਵੇਂ ਹੁਣ ਸਾਡੇ ਸਾਹਮਣੇ ਸਾਰਾ ਵੇਰਵਾ ਆ ਰਿਹਾ, ਅਸਾਮ ਦੇ ਵਿੱਚ ਬੀਜੇਪੀ ਹੀ ਅੱਗੇ ਜਾ ਰਹੀ ਹੈ ਤੇ ਅਸਾਮ ਦੇ ਵਿੱਚ ਵਰਤਮਾਨ ਸਰਕਾਰ ਆ ਜਿਹੜੀ ਉਹ ਵੀ ਬੀਜੇਪੀ ਦੀ ਆ। ਸੋ ਇਸ ਕਰਕੇ ਬੀਜੇਪੀ ਨੇ ਉੱਥੇ ਪੂਰਾ ਤਾਣ ਲਾਇਆ। ਬੀਜੇਪੀ ਦੀ ਉੱਥੇ ਪੂਰੀ ਕੋਸ਼ਿਸ਼ ਸੀ ਵੀ ਅਸੀਂ ਟਿੱਲ ਲਾਈਏ ਪੂਰਾ ਵੀ ਅਸੀਂ ਇਹ ਸੀਟ ਜਿੱਤਣੀ ਆ, ਅਸੀਂ ਸੂਬਾ ਜਿੱਤਣਾ, ਤੇ ਉਹ ਜਿੱਤ ਵੀ ਰਹੇ ਆ। ਉੱਥੇ ਜਿਹੜੀਆਂ ਬਾਕੀ ਪਾਰਟੀਆਂ ਉਸ ਪੱਧਰ ਦੇ ਉੱਤੇ ਮਜ਼ਬੂਤ ਨਹੀਂ ਜਿਹੜੇ ਪੱਧਰ ਤੇ ਹੋਣਾ ਚਾਹੀਦਾ ਸੀ। ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਆ ਵੀ ਕਾਂਗਰਸ ਆ ਜਿਹੜੀ ਜਾਂ ਹੋਰ ਵਿਰੋਧੀ ਪਾਰਟੀਆਂ, ਉਹਨਾਂ ਦੇ ਪਿੜ ਪੱਲੇ ਬਹੁਤਾ ਕੁਝ ਨਹੀਂ ਆ। ਹੁਣ ਦੇਖੋ ਕੇਰਲਾ ਦੇ ਵਿੱਚੋਂ ਇਸ ਵਕਤ ਰਾਹੁਲ ਗਾਂਧੀ ਹੈ ਜਿਹੜਾ ਉਹ ਸੰਸਦ ਮੈਂਬਰ ਆ। ਕੇਰਲ ਤੇ ਅਸਾਮ ਦੇ ਵਿੱਚ ਰਾਹੁਲ ਗਾਂਧੀ ਨੇ ਸਭ ਤੋਂ ਵੱਧ ਜ਼ੋਰ ਲਾਇਆ, ਪਰ ਜੇਕਰ ਕੇਰਲ ਵੀ ਉਹ ਨਹੀਂ ਬਚਾ ਸਕੇ, ਕੇਰਲਾ ਵੀ ਨਹੀਂ ਬਚਾ ਸਕਦੇ, ਤਾਂ ਮਤਲਬ ਇਹ ਆ ਵੀ ਰਾਹੁਲ ਗਾਂਧੀ ਦੀ ਅਗਵਾਈ ਦੇ ਉੱਤੇ ਇੱਕ ਨਵਾਂ ਸਵਾਲ ਉੱਠੂਗਾ। ਇੱਕ ਹੋਰ ਗੱਲ ਆ ਵੀ ਜੇਕਰ ਅੱਜ ਮਮਤਾ ਬੈਨਰਜੀ ਜਿੱਤ ਜਾਂਦੀ ਆ, ਆਪਣੀ ਸੀਟ ਵੀ ਜਿੱਤ ਜਾਂਦੀ ਆ, ਰਾਸ਼ਟਰੀ ਪੱਧਰ ਦੇ ਉੱਤੇ ਮੋਦੀ ਦੇ ਵਿਰੋਧੀ ਦੇ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਚਿਹਰਾ ਬਣ ਕੇ ਉਭਰੂ। ਤੇ ਭਾਰਤ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵਿੱਚ ਇੱਕ ਵੀ ਚਿਹਰਾ ਇਹੋ ਜਿਹਾ ਨਹੀਂ ਜਿਹੜਾ ਕਿ ਇਸ ਵਕਤ ਪ੍ਰਭਾਵਸ਼ਾਲੀ ਹੋਵੇ ਤੇ ਮੋਦੀ ਸ਼ਾਹ ਦੀ ਜੋੜੀ ਨੂੰ ਟੱਕਰ ਦੇਣ ਦੇ ਸਮਰੱਥ ਹੋਵੇ। ਸੋ ਜੇਕਰ ਬੀਜੇਪੀ ਹਾਰਦੀ ਆ ਤੇ ਤ੍ਰਿਣਮੂਲ ਕਾਂਗਰਸ ਜਿੱਤਦੀ ਆ, ਇਹ ਵੀ ਇੱਕ ਪ੍ਰਾਪਤੀ ਆ। ਪਰ ਜੇਕਰ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਵੀ ਆਪਣੀ ਸੀਟ ਕੱਢ ਜਾਂਦੀ ਹੈ, ਜਿਵੇਂ ਕਿ ਲੱਗਦਾ ਵੀ ਹਾਲ ਦੀ ਘੜੀ ਕੁਝ ਚੁਣੌਤੀ ਆ, ਪਰ ਜੇ ਉਹ ਕੱਢ ਜਾਂਦੇ ਆ ਇੱਕ ਵੱਡਾ ਰਾਸ਼ਟਰੀ ਚਿਹਰਾ ਬਣ ਕੇ ਉੱਭਰਨਗੇ। ਵਿਰੋਧੀ ਪਾਰਟੀਆਂ ਦੇ ਵਿੱਚ ਅਗਵਾਈ ਕਰਨ ਵਾਲੀ ਪਹਿਲੇ ਨੰਬਰ ਦੇ ਉੱਤੇ ਉਹ ਔਰਤ ਹੋਊਗੀ, ਜੇਕਰ ਬਾਕੀ ਪਾਰਟੀਆਂ ਦੀ ਆਉਂਦੇ ਸਮੇਂ 'ਚ ਸਹਿਮਤੀ ਮਿਲ ਗਈ ਤਾਂ। ਬਿਲਕੁਲ। ਸੋ ਜਿੱਥੇ ਅਸਾਮ ਦੇ ਵਿੱਚ ਭਾਜਪਾ ਮੁੜ ਤੋਂ ਲੱਗ ਰਿਹਾ ਕਿ ਦੁਹਰਾ ਕਰ ਸਕਦੀ ਹੈ ਸੱਤਾ ਦੇ ਵਿੱਚ, ਕੇਰਲ ਦੀ ਗੱਲ ਕਰ ਲੈਂਦੇ ਆ। ਟਾਣਾ ਸਾਹਿਬ, ਕੇਰਲ ਦੇ ਵਿੱਚ ਕੀ ਸਮੀਕਰਨ ਬਣੇ ਹੋਏ ਆ? ਦੇਖੋ ਕੇਰਲ ਦੇ ਵਿੱਚ ਕਮਿਊਨਿਸਟ ਪਾਰਟੀ ਹੈ ਜਿਹੜੀ ਉਹਨੂੰ ਹੀ ਪਿਛਲੀ ਵਾਰ ਅੱਗੇ ਤਾਂ ਮਿਲੀ ਸੀ, ਐਤਕੀ ਵੀ ਉਹਨਾਂ ਦੀ ਪੂਰੀ ਸੰਭਾਵਨਾ, ਤੇ ਬਾਕੀ ਬੀਜੇਪੀ ਦੇ ਉੱਥੇ ਬਹੁਤਾ ਕੁਝ ਪਿੜ ਪੱਲੇ ਹੈ ਵੀ ਨਹੀਂ ਸੀ ਤੇ ਐਤਕੀ ਵੀ ਨਹੀਂ ਹੈ। ਬੀਜੇਪੀ ਨੇ ਐਤਕੀ ਉਨੀ ਕੋਸ਼ਿਸ਼ ਕੀਤੀ ਵੀ ਨਹੀਂ ਗਈ। ਉੱਥੇ ਬੀਜੇਪੀ ਨੂੰ ਪਤਾ ਵੀ ਭਾਈ ਸਾਡਾ ਇੱਥੇ ਕਿੰਨਾ ਕੁ ਹੈਗਾ ਆਧਾਰ, ਅਸੀਂ ਇੱਥੇ ਕੀ ਕੁਝ ਕਰ ਸਕਦੇ ਹਾਂ। ਸੋ ਐਤਕੀ ਵੀ ਉੱਥੇ ਕਮਿਊਨਿਸਟਾਂ ਦੀ ਸਰਕਾਰ ਬਣੂਗੀ। ਤੇ ਆ ਸਾਡੇ ਸਾਹਮਣੇ ਜਿਹੜੀ ਜਾਣਕਾਰੀ ਆ ਰਹੀ ਹੈ ਉਹਦੇ ਮੁਤਾਬਕ ਇਹੀ ਹੈ ਵੀ ਕੇਰਲ ਦੇ ਵਿੱਚ ਐਤਕੀ ਹੋਰ ਕਿਸੇ ਪਾਰਟੀ ਦੇ ਪੈਰ ਨਹੀਂ ਲੱਗਣੇ, ਉਹਨਾਂ ਨੂੰ ਕਾਮਰੇਡਾਂ ਨੂੰ ਪੱਕੇ ਤੌਰ ਦੇ ਉੱਤੇ ਬਹੁਮਤ ਲਗਾਤਾਰ ਮਿਲ ਰਿਹਾ ਹੈ। ਬਿਲਕੁਲ।
ਪੁੱਡੀਚੇਰੀ ਦੀ ਗੱਲ ਕਰ ਲੈਂਦੇ ਆ। ਇਹ ਕੇਂਦਰ ਪ੍ਰਸ਼ਾਸਿਤ ਸੂਬਾ ਹੈ ਤੇ ਇੱਥੇ ਜੋ ਚੋਣਾਂ ਹੋਈਆਂ ਨੇ ਬਹੁਤ ਹੀ ਅਹਿਮ ਹੁੰਦਾ ਹੈ ਕਿਉਂਕਿ ਇਹ ਦਿੱਲੀ ਦੀ ਤਰ੍ਹਾਂ ਹੀ ਹੈ। ਪਰ ਦਿੱਲੀ 'ਚ ਤਾਂ ਹੁਣ ਕਿਉਂਕਿ ਬੇਸ਼ੱਕ ਲੋਕਾਂ ਦੀ ਚੁਣੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਪਰ ਜਦੋਂ ਲੋਕਾਂ ਨੇ ਚੁਣ ਕੇ ਆਮ ਆਦਮੀ ਪਾਰਟੀ ਨੂੰ ਭੇਜਿਆ ਤੇ ਕੇਂਦਰ ਦੀ ਸਰਕਾਰ ਨੇ ਨਵਾਂ ਟੇਲੇ ਲਗਾਇਆ ਕਿ ਉਸ ਨੂੰ ਉਪ ਰਾਜਪਾਲ ਦੇ ਅਧੀਨ ਕਰ ਦਿੱਤਾ ਕਿ ਕੋਈ ਵੀ ਕੰਮ ਕਰਨਾ ਤੇ ਉਪ ਰਾਜਪਾਲ ਕੋਲੋਂ ਪੁੱਛ ਕੇ ਕਰੋ। ਯਾਨੀ ਕਿ ਲੋਕਾਂ ਦੀ ਚੁਣੀ ਹੋਈ ਸਰਕਾਰ ਦਾ ਦਿੱਲੀ ਦੇ ਵਿੱਚ ਹੁਣ ਕੋਈ ਮਤਲਬ ਨਹੀਂ ਰਹਿੰਦਾ ਕਿਉਂਕਿ ਗੱਲ ਤਾਂ ਉਹੀ ਹੋਣੀ ਹੈ ਜੋ ਕੇਂਦਰ ਦੀ ਭਾਜਪਾ ਸਰਕਾਰ ਕਰੇਗੀ। ਤੇ ਪੁੱਡੀਚੇਰੀ ਦੇ ਵਿੱਚ ਕਿਹਦੀ ਸਰਕਾਰ ਬਣ ਰਹੀ ਹੈ ਤੇ ਭਾਜਪਾ ਤਾਂ ਫਿਰ ਵੀ ਟੇਲ ਲਾਉਣ ਦੀ ਕੋਸ਼ਿਸ਼ ਕਰੇਗੀ। ਦੇਖੋ ਪੁੱਡੂਚੇਰੀ ਦੇ ਵਿੱਚ ਸਰਕਾਰ ਬਣਨੀ ਬੀਜੇਪੀ ਦੀ ਹੈ। ਬੀਜੇਪੀ ਦੀਆਂ ਜਿਹੜੀਆਂ ਨਾਲ ਦੀਆਂ ਹਮਖਿਆਲੀ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਉੱਥੇ ਇਹਨਾਂ ਦੇ ਵੱਲੋਂ ਜੋ ਚਾਲ ਜਿਹੜਾ ਉਹ ਕਹਿੰਦੇ ਨਾ ਦੰਡ ਭੇਦ ਸਾਰੀ ਨੀਤੀ ਅਪਣਾਈ ਗਈ ਉਹਦਾ ਰੰਗ ਦੇਖਣ ਨੂੰ ਮਿਲਿਆ। ਰਾਸ਼ਟਰਪਤੀ ਰਾਜ ਉੱਥੇ ਲਾਗੂ ਕੀਤਾ ਗਿਆ ਤੇ ਪੁੱਡੂਚੇਰੀ ਦੇ ਵਿੱਚ ਜਿਵੇਂ ਤੁਸੀਂ ਉਦਾਹਰਨ ਦਿੱਤੀ ਹੈ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਜੇਕਰ ਇਹਨਾਂ ਦੀ ਸਰਕਾਰ ਨਾ ਬਣਦੀ ਇਹ ਪੁੱਡੂਚੇਰੀ ਦੇ ਬਾਰੇ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਦੇ ਕਰਕੇ ਕੋਈ ਨਵਾਂ ਫੈਸਲਾ ਕਰਦੇ। ਹੁਣ ਮੈਂ ਕਦੇ-ਕਦੇ ਦੋਗਲੀ ਸੋਚ ਦੇ ਉੱਤੇ ਹੈਰਾਨ ਹੁੰਨਾ ਵੀ ਜੇ ਤਾਂ ਭਾਰਤ ਦੇ ਵਿੱਚ ਕਰੋਨਾ ਦੇ ਕੇਸ ਘਟ ਗਏ ਤਾਂ ਬੀਜੇਪੀ ਕਹਿੰਦੀ ਹੈ ਜੀ ਕਿ ਦੇਖੋ ਪ੍ਰਧਾਨ ਮੰਤਰੀ ਮੋਦੀ ਦਾ ਜਲਵਾ ਤੇ ਜੇਕਰ ਭਾਰਤ ਦੇ ਵਿੱਚ ਕੇਸ ਹੁਣ ਵੱਧ ਗਏ ਤਾਂ ਫਿਰ ਕਹਿੰਦੇ ਸੂਬਿਆਂ ਦੀ ਗਲਤੀ। ਜੇ ਤਾਂ ਕੇਸ ਵੱਧ ਜਾਂਦੇ ਆ ਕਹਿ ਦਿੰਦੇ ਵੀ ਕੇਜਰੀਵਾਲ ਨੇ ਗਲਤੀ ਕੀਤੀ ਹੈ ਤੇ ਜੇਕਰ ਘਟ ਜਾਂਦੇ ਆ ਤਾਂ ਸਾਡੇ ਇੰਨੇ ਕੁ ਵੱਡੇ ਪ੍ਰਬੰਧ ਹੈਗੇ ਆ ਤੇ ਇਹ ਇਉਂ ਹੀ ਹੋਣਾ ਸੀ। ਸੋ ਇਸ ਕਰਕੇ ਉਹ ਟਿਕਦੇ ਨਹੀਂ। ਆ ਮੈਂ ਹੁਣੇ ਸੰਬਿਤ ਪਾਤਰਾ ਦਾ ਬਿਆਨ ਦੇਖ ਕੇ ਹਟਿਆ। ਸੰਬਿਤ ਪਾਤਰਾ ਕਹਿੰਦਾ ਜੀ ਕਿ ਦੇਖੋ ਕਾਂਗਰਸ ਦਾ ਸੁਪਨਾ ਸਾਫ਼ ਹੋ ਗਿਆ। ਕੱਲ ਤੱਕ ਉਹ ਕਹਿੰਦੇ ਸੀਗੇ ਵੀ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦਾ ਸੁਪਨਾ ਸਾਫ਼ ਹੋ ਜਾਣਾ। ਇਸ ਔਰਤ ਨੇ ਲੱਭੇ ਨਹੀਂ ਥੇ ਆਉਣਾ। ਇਸ ਔਰਤ ਦੀ ਜਿਹੜੀ ਲੱਤ ਦੇ ਉੱਤੇ ਸੱਟ ਵੱਜੀ ਹੈ ਇਹ ਇੱਕ ਡਰਾਮਾ ਤੇ ਇਹ ਵੀ ਠੀਕ ਹੋ ਜਾਣੀ ਆ। ਇਹ ਸਾਰਾ ਪਖੰਡ ਕਰਦੀ ਹਮਦਰਦੀ ਲੈਣ ਦੇ ਲਈ ਇਹਨਾਂ ਦੀ ਸ਼ਬਦਾਵਲੀ ਸੀ। ਪਰ ਹੁਣ ਜਦੋਂ ਪਤਾ ਲੱਗਾ ਜੀ ਕਿ ਇਹ ਤਾਂ ਪਰੇ ਹੋ ਗਏ ਆ, ਬੀਜੇਪੀ ਦੀ ਸਰਕਾਰ ਨਹੀਂ ਪੱਛਮੀ ਬੰਗਾਲ ਚ ਆ ਰਹੀ, ਹੁਣ ਇਹ ਕਹਿਣ ਲੱਗ ਪਏ ਕਾਂਗਰਸ ਕਾ ਤਾਂ ਕੁਝ ਨਹੀਂ ਨਾ ਬਣਾ, ਹੁਣ ਦੂਜੇ ਪਾਸੇ ਹੋ ਗਏ ਆ। ਸੋ ਸੰਬਿਤ ਪਾਤਰਾ ਹੋਰੀ ਤਾਂ ਚਲੋ ਉਹਨਾਂ ਨੂੰ ਮਿਲਦਾ ਹੀ ਸਾਰਾ ਕੁਝ ਇੰਨਾ ਕੁਝ ਗੋਲ ਮੋਲ ਗੱਲਾਂ ਜੀਆਂ ਕਰਨ ਦੇ ਕਰਕੇ ਆ, ਪਰ ਲੋਕ ਸਾਰਾ ਕੁਝ ਜਾਣਦੇ ਆ ਤੇ ਲੋਕ ਇਸ ਵਕਤ ਜੋ ਪ੍ਰਸਥਿਤੀਆਂ ਉਹਦੇ ਬਾਰੇ ਵੀ ਬਾਤ ਕਰਦੇ ਆ। ਐਤਕੀ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਜਿਹੜੀ ਥੋੜੀ ਜਿਹੀ ਵਿਸ਼ੇ ਤੋਂ ਪਰੇ ਆ। ਜਿਸ ਤਰੀਕੇ ਦੇ ਨਾਲ ਚੋਣ ਕਮਿਸ਼ਨ ਦੇ ਉੱਤੇ ਸਵਾਲ ਚੁੱਕੇ ਮਦਰਾਸ ਦੀ ਹਾਈ ਕੋਰਟ ਨੇ ਉਹ ਆਪਣੀ ਥਾਂ ਦੇ ਉੱਤੇ ਵਾਜਬ ਆ। ਚੋਣ ਕਮਿਸ਼ਨ ਨੇ ਇਹ ਗੱਲ ਕਹੀ ਵੀ ਪਰਚਾ ਦਰਜ ਹੋਣਾ ਚਾਹੀਦਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਉੱਤੇ ਲੋਕਾਂ ਦੇ ਕਤਲ ਦਾ, ਕਿਉਂਕਿ ਇਹਨਾਂ ਨੇ ਰੈਲੀਆਂ ਦੇ ਉੱਤੇ ਰੋਕ ਨਹੀਂ ਲਾਈ, ਇਹਨਾਂ ਨੇ ਸਾਰਾ ਕੁਝ ਕੀਤਾ। ਪਰ ਹੁਣ ਚੋਣ ਕਮਿਸ਼ਨ ਦੇ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਮਦਰਾਸ ਹਾਈ ਕੋਰਟ ਦੀਆਂ ਇਹਨਾਂ ਟਿੱਪਣੀਆਂ ਨੂੰ ਹਟਾਉਣ ਦੇ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਸੱਚ ਤਾਂ ਸੱਚ ਆ। ਹੁਣ ਦੇਖੋ ਇੱਕ ਦਾ ਆਸਟ੍ਰੇਲੀਅਨ ਅਖਬਾਰ ਆ ਉਹਦੇ ਵੱਲੋਂ ਵੀ ਇਹ ਗੱਲ ਕਹੀ ਗਈ ਵੀ ਭਾਰਤ ਦੇ ਵਿੱਚ ਜਿਹੜੇ ਮਾੜੇ ਹਾਲਾਤ ਬਣੇ ਹੋਏ ਆ ਇਹਦੇ ਲਈ ਸਰਕਾਰ ਜ਼ਿੰਮੇਵਾਰ ਆ। ਤੇ ਕੈਨਬਰਾ ਦੇ ਵਿੱਚ ਜਿਹੜਾ ਭਾਰਤੀ ਹਾਈ ਕਮਿਸ਼ਨ ਦਾ ਦਫ਼ਤਰ ਆ ਉਹਦੇ ਵੱਲੋਂ ਹੁਣ ਚਿੱਠੀ ਲਿਖੀ ਗਈ ਆ ਅਖਬਾਰ ਦੇ ਸੰਪਾਦਕ ਨੂੰ ਵੀ ਭਾਈ ਅਸੀਂ ਤਾਂ ਆਹ ਕੀਤਾ, ਅਸੀਂ ਤਾਂ ਬਹੁਤ ਵਧੀਆ ਕੀਤਾ, ਇਹ ਤਾਂ ਭਾਰਤ ਦੀ ਸਰਕਾਰ ਨੇ ਕਮਾਲ ਕਰਤਾ, ਭਾਰਤ ਦੇ ਵਿੱਚ ਤਾਂ ਰੋਕਥਾਮ ਲੱਗ ਗਈ। ਜਦ ਕਿ ਅੱਜ ਹਾਲਾਤ ਇਹ ਆ ਵੀ 50 ਦੇਸ਼ਾਂ ਦੇ ਵਿੱਚ 3 ਲੱਖ ਤੇ 91,000 ਕੇਸ ਆਏ ਆ ਪਿਛਲੇ 24 ਘੰਟੇ 'ਚ ਤੇ ਕੱਲੇ ਭਾਰਤ ਦੇ ਵਿੱਚ 3 ਲੱਖ ਤੇ 92,000 ਕੇਸ ਆਏ ਆ ਤਾਂ ਫਿਰ ਵੀ ਹਾਲੇ ਕਹਿੰਦੇ ਆ ਮੋਦੀ ਹੈ ਤਾਂ ਮੁਮਕਿਨ ਹੈ। ਬਿਲਕੁਲ। ਸੋ ਕਰੋਨਾ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਹੀ ਵਜ੍ਹਾ ਕਾਰਨ ਵੀ ਜੋ ਇਹ 5 ਰਾਜਾਂ ਦੀਆਂ ਚੋਣਾਂ ਖਾਸ ਤੌਰ ਦੇ ਉੱਪਰ ਸੁਰਖੀਆਂ ਦੇ ਵਿੱਚ ਰਹੀਆਂ ਸੀ ਕਿ ਇੱਕ ਪਾਸੇ ਕਰੋਨਾ ਦਾ ਕਹਿਰ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਉਹਨਾਂ ਦੇ ਵੱਲੋਂ ਲਗਾਤਾਰ ਜਿੱਥੇ ਸ਼ਾਮ ਨੂੰ ਕਰੋਨਾ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਂਦੀ ਸੀ ਉੱਥੇ ਹੀ ਸਵੇਰੇ ਜਾ ਕੇ ਇਹਨਾਂ ਰਾਜਾਂ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਖਾਸ ਤੌਰ ਤੇ ਜਾ ਕੇ ਵੱਡੇ ਵੱਡੇ ਇਕੱਠ ਕੀਤੇ ਜਾਂਦੇ ਸੀ, ਰੈਲੀਆਂ ਕੀਤੀਆਂ ਜਾਂਦੀਆਂ ਸੀ। ਸੋ ਇਹੀ ਵਜ੍ਹਾ ਹੈ ਕਿ ਪੱਛਮੀ ਬੰਗਾਲ ਦੇ ਵਿੱਚ 75% ਦੀ ਵੱਧ ਦਰ ਦੇ ਨਾਲ ਜੋ ਕਰੋਨਾ ਮਹਾਮਾਰੀ ਫੈਲੀ ਹੈ। ਟੈਨਾ ਸਾਹਿਬ ਸਾਡੇ ਨਾਲ ਦਰਸ਼ਕ ਵੀ ਜੁੜੇ ਹੋਏ ਨੇ, ਕਾਫੀ ਦਰਸ਼ਕ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ ਤੁਸੀਂ ਦੱਸਦੇ ਹੋ ਕਿ ਕੁਝ ਅੰਧ ਭਗਤ ਹੁੰਦੇ ਨੇ ਜਿਨ੍ਹਾਂ ਨੂੰ ਸਰਕਾਰਾਂ ਦੀਆਂ ਜੋ ਜਿਨ੍ਹਾਂ ਦੇ ਵੱਲ ਹੁੰਦੇ ਨੇ ਉਹਨਾਂ ਦੀਆਂ ਤਾਰੀਫਾਂ ਕਰਦੇ ਨੇ, ਨਾ ਤਾਂ ਉਹਨਾਂ ਨੂੰ ਕਮੀ ਨਜ਼ਰ ਨਹੀਂ ਆਉਂਦੀ ਆਪਣੇ ਜਿਸ ਵੀ ਪਾਰਟੀ ਨੂੰ ਉਹ ਸਮਰਥਕ ਹੁੰਦੇ ਨੇ। ਤੇ ਦਰਸ਼ਕਾਂ ਦਾ ਇੱਕ ਬੜਾ ਹੀ ਵਧੀਆ ਤੰਜ ਵੀ ਹੈ ਕਿ ਜਿਵੇਂ ਆਲੂ ਬੁਖਾਰੇ ਚ ਆਲੂ ਨਹੀਂ ਹੁੰਦਾ, ਮਿੱਟੀ ਦੇ ਤੇਲ ਚ ਮਿੱਟੀ ਨਹੀਂ ਹੁੰਦੀ ਤੇ ਰੂਹ ਅਫਜ਼ਾ ਚ ਰੂਹ ਨਹੀਂ ਹੁੰਦੀ ਤੇ ਸ਼ਿਮਲਾ ਮਿਰਚ ਸ਼ਿਮਲਾ ਨਹੀਂ ਹੁੰਦਾ। ਬਿਲਕੁਲ ਉਸੇ ਤਰ੍ਹਾਂ ਕਹਿੰਦੇ ਨੇ ਕਿ ਅੰਧ ਭਗਤਾਂ ਚ ਦੇਸ਼ ਭਗਤੀ ਨਹੀਂ ਹੁੰਦੀ, ਇਹ ਬਸ ਸਿਰਫ ਹਵਾ ਕਰਨ ਜੋਗੇ ਤੇ ਟਿੱਪਣੀਆਂ ਕਰਨ ਜੋਗੇ ਹੀ ਹੈ। ਕਿੰਜ ਵੇਖਦੇ ਹੋ? ਦੇਖੋ ਗੱਲ ਇਹ ਹੈ ਵੀ ਤੁਸੀਂ ਕਿਸੇ ਵੀ ਪਾਰਟੀ ਦੇ ਸਮਰਥਕ ਹੋ ਸਕਦੇ ਆ। ਤੁਸੀਂ ਕਿਹੜੀ ਪਾਰਟੀ ਦੇ ਸਮਰਥਕ ਆ ਮੈਨੂੰ ਨਹੀਂ ਪਤਾ, ਮੈਂ ਕਿਹਦਾ ਸਮਰਥਕ ਆ ਤੁਹਾਨੂੰ ਨਹੀਂ ਪਤਾ। ਕੋਈ ਕਿਹਨੂੰ ਵੀ ਵੋਟ ਪਾਵੇ ਇਹ ਉਹਦੀ ਨਿੱਜੀ ਤੌਰ ਤੇ ਮਰਜ਼ੀ ਹੈ, ਪਰ ਬੰਦੇ ਨੂੰ ਅਕਲ ਦਾ ਅੰਨਾ ਨਹੀਂ ਹੋਣਾ ਚਾਹੀਦਾ। ਅੱਖਾਂ ਤੋਂ ਜੇਕਰ ਨੁਕਸਾਨ ਹੋਵੇ ਤਾਂ ਬੰਦੇ ਦਾ ਇਲਾਜ ਹੈਗਾ, ਪਰ ਅਕਲ ਦੇ ਅੰਨੇ ਦਾ ਕੋਈ ਇਲਾਜ ਹੈ ਨਹੀਂਗਾ। ਸੋ ਬੰਦੇ ਨੂੰ ਗਲਤ ਕਹਿਣਾ ਚਾਹੀਦਾ। ਅੱਜ ਜੇ ਅਸੀਂ ਕਹਿੰਦੇ ਆ ਵੀ ਰਾਹੁਲ ਗਾਂਧੀ ਦੀ ਅਗਵਾਈ ਮਾੜੀ ਆ, ਅਸੀਂ ਮੰਨਦੇ ਆ ਵੀ ਭਾਈ ਉਹਨੇ ਪਾਰਟੀ ਨੂੰ ਪੈਰਾਂ ਸਿਰ ਨਹੀਂ ਕਰ ਸਕਿਆ, ਪਰ ਇਹ ਵੀ ਤਾਂ ਗੱਲ ਸੱਚੀ ਆ ਵੀ ਜਿਹੜੀ ਸੱਤਾਧਾਰੀ ਧਿਰ ਹੁੰਦੀ ਆ ਕਸੂਰ ਵੀ ਸਭ ਤੋਂ ਵੱਧ ਉਹਦੇ ਵਿੱਚ ਨਜ਼ਰ ਆਉਣੇ ਆ। ਹੁਣ ਵੀ ਕਹੀ ਜਾਗੇ ਵੀ ਕਾਂਗਰਸ ਨੇ ਕੁਝ ਨਹੀਂ ਕੀਤਾ ਤੇ ਕਾਂਗਰਸ ਦੇ ਪੱਲੇ ਕੀ ਆ। ਸੋ ਇਸ ਕਰਕੇ ਜ਼ਰੂਰਤ ਇਸ ਗੱਲ ਦੀ ਆ
ਵੀ ਜੋ ਹਕੀਕਤ ਆ ਉਹਨੂੰ ਪ੍ਰਵਾਨ ਕੀਤਾ ਜਾਵੇ। ਇਸ ਵਕਤ ਦੇਸ਼ ਦੇ ਲੋਕ ਆ ਜਿਹੜੇ ਉਹ ਤਿਲ-ਤਿਲ ਕਰਕੇ ਮਰ ਰਹੇ ਆ। ਮੈਂ ਕੱਲ ਵੀ ਇਹ ਗੱਲ ਕਹੀ ਸੀ ਵੀ ਰਾਸ਼ਟਰੀ ਪੱਧਰ ਦੇ ਉੱਤੇ ਨਹੀਂ ਸਗੋਂ ਨੈਸ਼ਨਲ ਪੱਧਰ ਦੇ ਉੱਤੇ ਸਾਡੀ ਸਰਕਾਰ ਦੇ ਉੱਤੇ, ਭਾਰਤ ਦੇ ਉੱਤੇ, ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਹੋਏ ਆ। ਉਹ ਕਿਉਂ ਖੜੇ ਹੋਏ ਆ? ਕਿਉਂਕਿ ਇੱਥੇ ਜੇਕਰ ਤੁਸੀਂ ਟੈਸਟਿੰਗ ਕਰਵਾਉਣੀ ਆ ਤਾਂ ਲਾਈਨ ਲੱਗੀ ਆ, ਜੇ ਤੁਸੀਂ ਹਸਪਤਾਲ 'ਚ ਦਾਖਲ ਹੋਣਾ ਤਾਂ ਲਾਈਨ ਲੱਗੀ ਆ, ਜੇ ਤੁਹਾਨੂੰ ਬੈੱਡ ਮਿਲ ਗਿਆ, ਆਕਸੀਜਨ ਨਹੀਂ ਮਿਲਦੀ ਤਾਂ ਲਾਈਨ ਲੱਗੀ ਆ, ਜੇ ਵੈਂਟੀਲੇਟਰ ਤੇ ਜਾਣਾ ਪੈਂਦਾ ਤੁਹਾਡੇ ਮਰੀਜ਼ ਨੂੰ ਤਾਂ ਲਾਈਨ ਲੱਗੀ ਆ। ਮਰ ਗਏ ਆ ਤਾਂ ਫਿਰ ਟੋਕਨ ਮਿਲਦਾ। ਤੇ ਸ਼ਮਸ਼ਾਨ ਘਾਟ ਦੇ ਪ੍ਰਬੰਧਕ ਇਹ ਗੱਲ ਕਹਿੰਦੇ ਵੀ 4 ਵਜੇ 5 ਵਜੇ 6 ਵਜੇ ਤੁਹਾਨੂੰ ਫੋਨ ਕਰ ਦਾਂਗੇ, ਆਪਦੇ ਪਰਿਵਾਰਕ ਮੈਂਬਰ ਦਾ ਸੰਸਕਾਰ ਕਰ ਲਿਓ। ਮੇਰੀ ਕੱਲ ਇੱਕ ਨੇਤਾ ਦੇ ਨਾਲ ਗੱਲ ਹੋਈ, ਉਹ ਕਹਿੰਦਾ ਵੀ 3 ਵਾਰ ਹੁਣ ਤੱਕ ਲੋਕਾਂ ਨੂੰ ਕਤਾਰਾਂ ਦੇ ਵਿੱਚ ਲਾਇਆ ਗਿਆ। ਮੈਂ ਕਿਹਾ ਕਿਵੇਂ? ਕਹਿੰਦਾ ਇੱਕ ਤਾਂ ਉਦੋਂ ਜਦੋਂ ਵੋਟਾਂ ਪਈਆਂ ਉਦੋਂ ਕਤਾਰਾਂ 'ਚ ਲੱਗੇ, ਦੂਜਾ ਉਦੋਂ ਜਦੋਂ ਨੋਟਬੰਦੀ ਹੋਈ ਉਦੋਂ ਲੱਗੇ, ਤੇ ਤੀਜਾ ਹੁਣ ਜਦੋਂ ਪਰਿਵਾਰਕ ਮੈਂਬਰ ਮਰ ਜਾਂਦੇ ਆ ਤੇ ਉਸ ਵਕਤ ਸ਼ਮਸ਼ਾਨ ਘਾਟ ਦੇ ਬਾਹਰ ਕਤਾਰ 'ਚ ਖੜਨਾ ਪੈਂਦਾ। ਬਿਲਕੁਲ। ਸੋ ਬਹੁਤ ਹੀ ਸ਼ਰਮਨਾਕ ਜੋ ਲੱਗਦਾ ਹੈ ਕਿ ਅੱਜ ਜੇ ਇਨਸਾਨ ਕਰੋਨਾ ਮਹਾਮਾਰੀ ਕਰਕੇ ਮਰ ਵੀ ਰਿਹਾ ਤੇ ਦੂਜੇ ਸੂਬਿਆਂ ਤੋਂ ਜਿਹੋ ਜਿਹੀਆਂ ਲੂ ਕੰਡੇ ਖੜੇ ਕਰਨ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਦੇ ਲਈ ਵੀ ਲਾਸ਼ਾਂ ਨੇ ਜੋ ਲਾਈਨ ਦੇ ਵਿੱਚ ਪਈਆਂ ਹੋਈਆਂ ਨੇ। ਟਾਣਾ ਸਾਹਿਬ, ਕਰੋਨਾ ਦੀ ਇੰਨੀ ਸਥਿਤੀ ਗੰਭੀਰ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੋਰਾਂ ਦੀ ਵੀ ਗੱਲ ਕੀਤੀ ਕਿ ਲਗਾਤਾਰ ਚੋਣਾਂ ਜ਼ਰੂਰੀ ਹੋ ਗਈਆਂ ਸੀ। ਇਨਸਾਨ ਤਾਂ ਇੱਕ ਵੋਟ ਬਣ ਕੇ ਰਹਿ ਚੁੱਕਾ ਸੀ। ਜਦੋਂ ਹੱਦੋਂ ਵੱਧ ਜਦੋਂ ਕਰੋਨਾ ਮਹਾਮਾਰੀ ਫੈਲੀ ਹੈ, ਫਿਰ 8ਵੇਂ ਗੇੜ ਤੱਕ ਜਾਂਦੇ ਜਾਂਦੇ ਇਹਨਾਂ ਦੇ ਵੱਲੋਂ ਬੜੇ ਹੀ ਮਰੇ ਮਨ ਦੇ ਨਾਲ ਕਹਿ ਦਿੰਦੇ ਨਾ ਕਿ ਕਿਹਾ ਗਿਆ ਕਿ ਚਲੋ ਠੀਕ ਹੈ ਅਸੀਂ ਪ੍ਰਚਾਰ ਘਟਾਉਂਦੇ ਆ ਜਾਂ ਰੋਕਦੇ ਆ। ਉਸ ਤੋਂ ਬਾਅਦ ਹੁਣ ਜਦੋਂ ਕਰੋਨਾ ਮਹਾਮਾਰੀ ਲਗਾਤਾਰ ਫੈਲ ਗਈ ਹੈ ਤੇ ਲੋਕਾਂ ਦਾ ਤਾਂ ਇੱਥੇ ਤੱਕ ਕਹਿਣਾ ਕਿ 2 ਮਈ ਅੱਜ ਹੋ ਗਈ ਹੈ, ਅੱਜ ਤੱਕ ਤਾਂ ਇਹਨਾਂ 5 ਰਾਜਾਂ ਦੇ ਕੋਈ ਖਾਸ ਗੱਲ ਚਰਚਾ 'ਚ ਨਹੀਂ ਆਈ ਕਿ ਕਰੋਨਾ ਉੱਥੇ ਕਿੰਨਾ ਹੈ। ਤੇ ਹੁਣ 2 ਮਈ ਤੋਂ ਬਾਅਦ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਬਣੇਗੀ ਉੱਥੇ ਕਰੋਨਾ ਨਹੀਂ ਆਏਗਾ ਤੇ ਜਿੱਥੇ ਨਹੀਂ ਹੋਏਗੀ ਉੱਥੇ ਕਰੋਨਾ ਹੱਦੋਂ ਵੱਧ ਹੋ ਜਾਏਗਾ। ਕਿੰਜ ਵੇਖਦੇ ਲੋਕ? ਮੈਨੂੰ ਇਉਂ ਲੱਗਦਾ ਵੀ ਜੇਕਰ ਚੋਣ ਕਮਿਸ਼ਨ ਇਹ ਕਹਿ ਦੇਵੇ ਵੀ ਅਗਲੇ ਮਹੀਨੇ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ ਤੇ ਕਰੋਨਾ ਪੰਜਾਬ 'ਚ ਵੀ ਨਹੀਂ ਰਹਿਣਾਗਾ, ਤੁਸੀਂ ਜਿੱਥੇ ਜਿੱਥੇ ਕਰੋਨਾ ਭਜਾਉਣਾ ਉੱਥੇ ਉੱਥੇ ਵੋਟਾਂ ਦਾ ਐਲਾਨ ਕਰ ਦਿਓ, ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕਰ ਦਿਓ, ਕਰੋਨਾ ਆਪ ਹੀ ਭੱਜ ਜਾਣਾ। ਉਸ ਤੋਂ ਬਾਅਦ ਜਦੋਂ ਨਤੀਜੇ ਆ ਗਏ ਫਿਰ ਕਰੋਨਾ ਹੋਊਗਾ। ਤੁਸੀਂ ਦੇਖੋ ਵੀ 8ਵੇਂ ਪੜਾਅ ਦੀਆਂ ਵੋਟਾਂ ਪਿਛਲੇ ਦਿਨੀ ਪਈਆਂ ਤੇ ਅਗਲੇ ਦਿਨ ਪੱਛਮੀ ਬੰਗਾਲ ਦੇ ਵਿੱਚ ਪਾਬੰਦੀਆਂ ਲਾਤੀਆਂ ਵੀ ਭਾਈ ਅੱਜ ਦੀ ਤਰੀਕ ਦੇ ਵਿੱਚ ਨਾ ਤਾਂ ਪੱਛਮੀ ਬੰਗਾਲ ਦੇ ਵਿੱਚ ਕੋਈ ਮਾਲ ਖੁੱਲ ਸਕਦਾ, ਨਾ ਉੱਥੇ ਕੋਈ ਬਿਊਟੀ ਪਾਰਲਰ ਖੁੱਲ ਸਕਦਾ, ਨਾ ਜਿਮ, ਨਾ ਸਪਾ ਸੈਂਟਰ, ਨਾ ਹੋਟਲ, ਨਾ ਰੈਸਟੋਰੈਂਟ, ਨਾ ਪਾਰਕ, ਨਾ ਸਟੇਡੀਅਮ, ਕੁਝ ਵੀ ਨਹੀਂਗਾ। ਦਿਨ ਦੇ ਵਿੱਚ 2 ਵਾਰ ਬਾਜ਼ਾਰ ਖੁੱਲ ਸਕਦੇ ਆ, 7 ਤੋਂ ਲੈ ਕੇ 10 ਵਜੇ ਤੱਕ, 3 ਤੋਂ ਲੈ ਕੇ ਸ਼ਾਮੀ 5 ਵਜੇ ਤੱਕ। ਤੇ ਇਹ ਕੁਝ ਪਹਿਲਾਂ ਕਿਉਂ ਨਾ ਕੀਤਾ ਗਿਆ? ਪ੍ਰਧਾਨ ਮੰਤਰੀ ਸਾਹਿਬ ਲੋਕਾਂ ਨੂੰ ਇਹ ਗੱਲ ਕਹਿੰਦੇ 2 गज की दूरी रखने का, दवाई भी और कड़ाई भी, फलाना है ढिंगड़ा है। पर आप वेख के इकट्ठ ये गल कहते रहे आ भी इतना बड़ा इकट्ठ देख कर तो मेरा मन खुश हो गया ਤੇ ਫਿਰ ਤੁਸੀਂ ਲੋਕਾਂ ਨੂੰ ਮਰਨ ਵਾਸਤੇ ਛੱਡਿਆ। ਹੈਰਾਨੀ ਇਸ ਗੱਲ ਦੀ ਆ ਵੀ ਜਿਹੜੇ ਯੂਪੀ ਦੇ ਮੁੱਖ ਮੰਤਰੀ ਆ ਯੋਗੀ ਆਦਿੱਤਿਆਨਾਥ, ਉਹ ਆਪ ਕਰੋਨਾ ਪੋਜ਼ਿਟਿਵ ਹੋ ਗਿਆ, ਫਿਰ ਵੀ ਕਹਿੰਦੇ ਵੀ ਰੈਲੀਆਂ ਬਹੁਤ ਅੱਛੀ ਰਹੀ। ਤੁਹਾਨੂੰ ਤਾਂ ਇਸ ਗੱਲ ਤੇ ਸ਼ਰਮ ਆਉਣੀ ਚਾਹੀਦੀ ਆ ਵੀ ਤੁਸੀਂ ਰੈਲੀਆਂ ਕੀਤੀਆਂ, ਤੁਸੀਂ ਇਕੱਠ ਕੀਤਾ, ਆਪ ਵੀ ਨਾ ਕਰੋ, ਮਮਤਾ ਬੈਨਰਜੀ ਨੂੰ ਵੀ ਨਾ ਕਰਨ ਦਿਓ, ਕਿਸੇ ਵੀ ਪਾਰਟੀ ਨੂੰ ਕਰਨ ਦਾ ਅਧਿਕਾਰ ਨਹੀਂ ਸੀਗਾ। ਪਰ ਕਿਉਂਕਿ ਚੋਣਾਂ ਦੇ ਵਿੱਚ ਅਸੀਂ ਸਾਰਾ ਜਿਹੜੀ ਨੀਤੀਆਂ ਵਰਤਦੇ ਆ, ਪਰ ਜੋ ਇਸ ਵਕਤ ਨਜ਼ਰ ਆ ਰਿਹਾ ਦੇਸ਼ ਦੇ ਉੱਤੇ ਬਹੁਤ ਵੱਡੇ ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਹੋ ਰਹੇ ਆ। ਭਾਰਤ ਦੇਸ਼ ਮਹਾਨ ਸੀ, ਮਹਾਨ ਹੈ ਤੇ ਮਹਾਨ ਰਹੇ, ਪਰ ਕੁਝ ਕੁ ਲੋਕਾਂ ਦੇ ਹੱਥ ਦੇ ਵਿੱਚ ਜਿਸ ਤਰੀਕੇ ਨਾਲ ਚਾਬੀ ਆਈ ਆ ਉਹ ਮਨਮਰਜ਼ੀਆਂ ਕਰਦੇ ਆ। ਦੇਖੋ ਕਿਸਾਨ ਦਾ ਕਸੂਰ ਕੀ ਆ, ਤੁਸੀਂ ਦੇਖੋ ਵੀ ਦੇਸ਼ ਦੇ ਲੋਕਾਂ ਦਾ ਕਸੂਰ ਕੀ ਆ। ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਵੀ ਭਾਈ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਚੀਕਾਂ ਕਢਾਤੀਆਂ, ਉਦੋਂ 65 ਰੁਪਏ ਲੀਟਰ ਤੇਲ ਸੀ, ਕਹਿੰਦੇ ਸੀ ਹਮਾਰੀ ਸਰਕਾਰ ਆਈ ਤਾਂ 3500 ਰੁਪਏ ਹੋ ਜਾਏਗਾ। ਅੱਜ 100 ਰੁਪਇਆ ਕਿਸੇ ਦੇ ਵਿੱਚ ਜੇਰਾ ਹੀ ਨਹੀਂ ਮੂਹਰੇ ਬੋਲ ਸਕੇ। ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਮਰੀਆਂ ਮੁੱਕੀਆਂ ਪਈਆਂ ਕਿਉਂਕਿ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਘੁੰਡੀ ਕੇਂਦਰ ਦੇ ਹੱਥ ਆ। ਆਪਾਂ ਹੁਣ ਤੱਕ ਦੇਖਿਆ ਵੀ ਮਮਤਾ ਜਿਹੜੇ ਆਪਾਂ ਮਾਇਆਵਤੀ ਦੀ ਗੱਲ ਕਰਦੇ ਆ, ਕਿੰਨੀ ਵੱਡੀ ਦਲਿਤ ਨੇਤਾ ਦੇ ਤੌਰ ਦੇ ਉੱਤੇ ਉੱਭਰੇ, ਸਾਬਕਾ ਮੁੱਖ ਮੰਤਰੀ ਆ, ਪਰ ਕਿਉਂ ਨਹੀਂ ਬੋਲਦੇ? ਕੋਈ ਕਾਰਨ ਹੋਊਗਾ। ਇਧਰ ਦੇਖੋ ਵੀ ਗਾਂਧੀ ਪਰਿਵਾਰ ਆ ਜਿਹੜਾ, ਉਹ ਕਿਉਂ ਨਹੀਂ ਬੀਜੇਪੀ ਦਾ ਉਹਨਾਂ ਵਿਰੋਧ ਕਰ ਸਕਦਾ? ਕਿਉਂਕਿ ਵਾਡਰਾ ਦੀ ਗੱਲ ਆ, ਉੱਥੇ ਬਹੁਤ ਸਾਰੀਆਂ ਘੁੰਡੀਆਂ ਹੱਥ ਦੇ ਵਿੱਚ। ਸੋ ਇਸ ਕਰਕੇ ਸਭ ਦੀ ਚਾਬੀ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਰੱਖੀ ਹੈ, ਜਿਹਦੇ ਕਰਕੇ ਦੇਸ਼ ਦਾ ਨੁਕਸਾਨ ਹੋ ਰਿਹਾ ਹੈ। ਬਿਲਕੁਲ ਟੈਨਾ ਸਾਹਿਬ, ਇਸ ਸਭ ਚੋਣ ਪ੍ਰਚਾਰ ਦੇ ਦੌਰਾਨ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਸੀ। ਇੱਕ ਪਾਸੇ ਚੋਣ ਪ੍ਰਚਾਰ ਚੱਲ ਰਿਹਾ ਸੀਗਾ, ਇੱਕ ਪਾਸੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਸੀ। ਤੇ ਕਿਸਾਨਾਂ ਦੇ ਸੰਘਰਸ਼ ਦੌਰਾਨ ਜਦੋਂ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ ਤੇ ਇਹਨਾਂ ਦੇ ਵੱਲੋਂ ਕੁਝ ਅਜਿਹੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਦੇ ਉੱਪਰ ਜੋ ਮੀਡੀਆ ਦੇ ਵੱਲੋਂ, ਗੋਦੀ ਮੀਡੀਆ ਦੇ ਵੱਲੋਂ ਬੜੀ ਵੱਡੀ ਡਿਬੇਟ ਤੱਕ ਕੀਤੀ ਜਾਂਦੀ ਸੀ, ਰੋਜ਼ਾਨਾ ਸਮਾਂ ਬਰਬਾਦ ਕੀਤਾ ਜਾਂਦਾ ਸੀ ਕਿ ਸ਼ਬਦਾਵਲੀ ਨਹੀਂ ਠੀਕ। ਪਰ ਜਦੋਂ ਚੋਣ ਪ੍ਰਚਾਰ ਸ਼ੁਰੂ ਹੋਇਆ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸਾਰੇ ਭਾਰਤ ਦੇਸ਼ ਦੀ ਇੱਕੋ ਇੱਕ ਮਹਿਲਾ ਮੁੱਖ ਮੰਤਰੀ ਸੀ, ਉਸ ਦੇ ਲਈ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿਹੋ ਜਿਹੀ ਸ਼ਬਦਾਵਲੀ ਸੀ, ਗ੍ਰਹਿ ਮੰਤਰੀ ਸਾਹਿਬ ਦੀ ਜਿਹੋ ਜਿਹੀ ਸ਼ਬਦਾਵਲੀ ਸੀ, ਉਸ ਦੇ ਉੱਪਰ ਜਦੋਂ ਸਵਾਲ ਖੜੇ ਹੋਏ ਫਿਰ ਇਹਨਾਂ ਦੇ ਤਰਕ ਵਿਤਰਕ ਸਾਹਮਣੇ ਆਉਣ ਲੱਗੇ। ਕਿੰਜ ਵੇਖਦੇ ਹੋ? ਪਹਿਲੀ ਗੱਲ ਕੀ ਪ੍ਰਧਾਨ ਮੰਤਰੀ ਮੋਦੀ ਦਾ ਇੰਜ ਮੈਦਾਨ ਦੇ ਵਿੱਚ ਉਤਰਨਾ, ਕਿਉਂਕਿ ਹੁਣ ਤਾਂ ਉਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਚਾਹੇ ਉਹ ਕੋਈ ਕਾਂਗਰਸੀ ਹੈ, ਚਾਹੇ ਭਾਜਪਾ ਹੈ, ਚਾਹੇ ਅਕਾਲੀ ਹੈ, ਕੋਈ ਵੀ ਪਾਰਟੀ ਦਾ ਹੋਵੇ, ਕੋਈ ਵੀ ਸਿਆਸੀ ਪਾਰਟੀ ਦਾ ਹੋਵੇ, ਪਰ ਪ੍ਰਧਾਨ ਮੰਤਰੀ ਤਾਂ ਪੂਰੇ ਦੇਸ਼ ਦੇ ਨੇ। ਇੰਨੇ ਵੱਡੇ ਪੱਧਰ ਤੇ ਚੋਣ
ਮੈਦਾਨ ਵਿੱਚ ਉਤਰ ਕੇ ਅਜਿਹੀ ਸ਼ਬਦਾਵਲੀਆਂ ਵਰਤਣਾ ਆਪਣੇ ਆਪ ਨੂੰ ਕਿੱਥੇ ਖੜਾ ਦੇਖਦੇ ਹੋ? ਦੇਖੋ, ਪਹਿਲਾਂ ਤਾਂ ਮੈਂ ਜਾਣਕਾਰੀ ਦੇਣੀ ਚਾਹੁੰਦਾ ਵੀ ਕੇਰਲਾ ਦੇ ਵਿੱਚ LDF 87 ਸੀਟਾਂ ਦੇ ਉੱਤੇ ਅੱਗੇ ਹੈ ਤੇ ਕਾਂਗਰਸ ਹੈਗੀ ਆ ਹਾਲੇ ਤੱਕ 48 ਸੀਟਾਂ ਦੇ ਉੱਤੇ ਤੇ BJP 4 ਦੇ ਉੱਤੇ। ਜੇ ਅਸਾਮ ਦੀ ਗੱਲ ਕਰਦੇ ਆ ਤਾਂ BJP 82 ਸੀਟਾਂ ਦੇ ਉੱਤੇ ਅੱਗੇ ਆ ਤੇ ਕਾਂਗਰਸ ਜਿਹੜੀ 43 ਸੀਟਾਂ ਦੇ ਉੱਤੇ ਆ ਤੇ ਜਿਹੜੀਆਂ ਬਾਕੀ ਜਿਹਨੂੰ ਅਦਰਜ਼ ਕਹਿੰਦੇ ਆ ਅੰਨਿਆ, ਉਹਨਾਂ ਦੇ ਕੋਲੇ ਹਾਲੇ ਤੱਕ ਕੁਝ ਨਜ਼ਰ ਆ ਨਹੀਂ ਰਿਹਾ। ਤੇ ਬਾਕੀ ਵੀ ਜੇਕਰ ਅਸੀਂ ਤਾਮਿਲਨਾਡੂ ਦੀ ਗੱਲ ਕਰਦੇ ਤਾਂ DMK ਜਿਹੜੀ 138 ਦੇ ਉੱਤੇ ਅੱਗੇ ਆ ਤੇ ਬਾਕੀ ਪਾਰਟੀਆਂ ਉਸ ਤੋਂ ਪਿੱਛੇ ਹੈਗੇ। ਤ੍ਰਿਣਮੂਲ ਕਾਂਗਰਸ ਪੱਛਮੀ ਬੰਗਾਲ ਚ 167 ਦੇ ਉੱਤੇ ਅੱਗੇ ਤੇ BJP ਆ ਜਿਹੜੀ 122 ਦੇ ਉੱਤੇ ਅੱਗੇ। ਪ੍ਰਸ਼ਾਂਤ ਕਿਸ਼ੋਰ ਜਿਹੜੇ ਕਿ ਨੀਤੀ ਘਾੜੇ ਆ ਮਮਤਾ ਬੈਨਰਜੀ ਦੇ, ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ, ਉਹ ਕਹਿੰਦੇ ਵੀ 100 ਸੀਟ ਤੋਂ ਘੱਟ ਦੇ ਉੱਤੇ ਸਿਮਟੂਗੀ BJP। ਇਹਨਾਂ ਨੇ ਇਹ ਗੱਲ ਕਹੀ ਸੀ ਵੀ ਪ੍ਰਸ਼ਾਂਤ ਕਿਸ਼ੋਰ ਤਾਂ ਪਹਿਲਾਂ ਹੀ ਮੈਦਾਨ ਛੱਡ ਗਿਆ ਕਿਉਂਕਿ ਉਹਨੂੰ ਕੈਪਟਨ ਅਮਰਿੰਦਰ ਸਿੰਘ ਨੇ ਹਾਇਰ ਕਰ ਲਿਆ ਉਸ ਵਕਤ ਜਦੋਂ ਕਿ ਪੱਛਮੀ ਬੰਗਾਲ 'ਚ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀਗਾ ਤੇ BJP ਨੇ ਇਹ ਗੱਲ ਕਹੀ ਵੀ ਮੈਦਾਨ ਛੱਡ ਕੇ ਉਹ ਵੀ ਭੱਜ ਗਿਆ, ਹੁਣ ਪੱਛਮੀ ਬੰਗਾਲ 'ਚ ਮਮਤਾ ਹੀ ਰਹਿ ਗਈ ਇਕੱਲੀ। ਪਰ ਇਦਾਂ ਹੋ ਨਹੀਂ ਰਿਹਾ। ਬਾਕੀ ਜਿਹੜਾ ਤੁਹਾਡਾ ਸਵਾਲ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ, ਉਹਨਾਂ ਨੂੰ ਪੂਰੇ ਦੇਸ਼ ਨੂੰ ਹੀ ਆਪਣਾ ਸਮਝਣਾ ਚਾਹੀਦਾ। ਉਹ ਪੰਜਾਬ ਦੇ ਵੀ ਪ੍ਰਧਾਨ ਮੰਤਰੀ ਆ, ਉਹ ਹਰਿਆਣੇ ਦੇ ਵੀ ਆ, ਉਹ ਹਿਮਾਚਲ ਦੇ ਵੀ ਆ, ਉਹ ਪੁਡੂਚੇਰੀ ਦੀ ਵੀ ਆ, ਕੇਰਲ ਦੇ ਵੀ ਆ, ਉਹ ਸਭ ਥਾਵਾਂ ਦੇ ਆ। ਪਰ ਉਹ ਵੀ ਇਸ ਗੱਲ ਨੂੰ ਮਹਿਸੂਸ ਕਰਨ। ਜੇਕਰ ਅਸੀਂ ਇਹ ਗੱਲ ਕਹਿ ਦਈਏ ਜੀ ਕਿ हमने तो ऐसे कर लिया, अगर हमारे पास ये राज्य भी होता तो हम ऐसे कर देते, ਤੇ ਹੁਣ ਕਿਹੜਾ ਯੁਗਾਂਡਾ ਵਾਲਿਆਂ ਕੋਲ ਆ, ਹੁਣ ਵੀ ਤੁਹਾਡੇ ਕੋਲ ਹੀ ਆ। ਇਹ ਕੀ ਮਤਲਬ ਹੋਇਆ ਵੀ ਭਾਈ ਪੂਰੇ ਭਾਰਤ ਦੇ ਹਰ ਸੂਬੇ ਤੇ ਤੁਹਾਡਾ ਕਬਜ਼ਾ ਹੋਵੇ? ਇਹ ਲੋਕਤੰਤਰ ਦੀ ਗੱਲ ਥੋੜੀ ਆ। ਲੋਕਤੰਤਰ ਦੇ ਵਿੱਚ ਲੋਕਾਂ ਦੀ ਮਰਜ਼ੀ ਆ ਕਿਹਨੂੰ ਵੋਟ ਪਾਉਣੀ ਆ, ਪਰ ਇੱਥੇ ਧੱਕੇਸ਼ਾਹੀ ਵੀ ਹੁੰਦੀ ਆ, ਇੱਥੇ ਲੋਕਾਂ ਦਾ ਬ੍ਰੇਨ ਵਾਸ਼ ਵੀ ਹੁੰਦਾ। ਤੇ ਰਹੀ ਗੋਦੀ ਮੀਡੀਆ ਦੀ ਗੱਲ, ਜੇਕਰ ਉਹਨੂੰ ਵੇਖਣਾ ਬੰਦ ਕਰ ਦਿਆਂਗੇ ਬੰਦੇ ਦੀਆਂ 70% ਸਮੱਸਿਆਵਾਂ ਵੈਸੇ ਹੀ ਹੱਲ ਹੋਊਗੀਆਂ। ਮੈਂ ਆਪਦੇ ਇੱਕ ਮਿੱਤਰ ਨੂੰ ਪੁੱਛਿਆ, ਮੈਂ ਆਖਿਆ ਵੀ ਤੂੰ ਕਰੋਨਾ ਦੀ ਮਾਰ ਤੋਂ ਕਿਵੇਂ ਮਾਤ ਪਾਈ, ਕਿਉਂਕਿ ਉਹਨੂੰ ਕਰੋਨਾ ਪੋਜ਼ਿਟਿਵ ਹੋ ਗਿਆ ਸੀ। ਕਹਿੰਦਾ ਸਭ ਤੋਂ ਪਹਿਲਾਂ ਤਾਂ ਮੈਂ ਦਵਾਈ ਲੈਣ ਤੋਂ ਪਹਿਲਾਂ, ਕਾੜਾ ਪੀਣ ਤੋਂ ਪਹਿਲਾਂ ਮੈਂ TV ਚੈਨਲ ਦੇਖਣੇ ਬੰਦ ਕੀਤੇ। ਇਹ ਤਾਂ ਦੱਸਦੇ ਨਹੀਂ ਵੀ ਭਾਈ ਫਲਾਣੀ ਥਾਂ ਦੇ ਉੱਤੇ BJP ਦੀ ਗਲਤੀ ਕਰਕੇ ਆਕਸੀਜਨ ਦੀ ਕਮੀ ਆ। ਦੇਸ਼ ਦੇ ਵਿੱਚ 3000 ਕਰੋੜ ਦੀ ਮੂਰਤੀ ਲਾਤੀ ਆ ਪਰ ਹਸਪਤਾਲਾਂ ਵਿੱਚ ਵੈਂਟੀਲੇਟਰ ਹੈ ਨਹੀਂ। ਇਉਂ ਹੀ ਦੱਸੀ ਜਾਂਦੇ ਸਿਵੇ ਬੜ ਰਹੇ ਹੈ, ਐਸੇ ਹੋ ਰਹਾ ਹੈ, ਐਸੇ ਹੋ ਰਹਾ ਹੈ। ਤੁਸੀਂ ਮੋਟੀਵੇਸ਼ਨਲ ਗੱਲਾਂ ਵੀ ਕਰੋ ਨਾ, ਤੁਸੀਂ ਕਹੋ ਜੀ ਕਿ ਆਹ ਲੋਕ ਆ ਜਿਹੜੇ ਇਸ ਤਰੀਕੇ ਨਾਲ ਜਜ਼ਬੇ ਦੇ ਨਾਲ ਅੱਗੇ ਨਿਕਲ ਗਏ, ਇਹਨਾਂ ਨੇ ਮੌਤ ਨੂੰ ਮਾਤ ਦਿੱਤੀ ਆ। ਘੱਟ ਵਸੀਲੇ ਹੋਣ ਦੇ ਬਾਵਜੂਦ ਇਹਨਾਂ ਨੇ ਆਹ ਤਰੀਕਾ ਅਪਣਾਇਆ। ਉਹ ਨਹੀਂ ਦੱਸਣਾ, ਲੋਕਾਂ ਨੇ ਮਨ ਦੇ ਵਿੱਚ ਇੱਕ ਭੈ ਪੈਦਾ ਕਰੀ ਜਾਂਦੇ ਕਿਉਂਕਿ ਵਿਕਦੇ ਇਦਾਂ, ਉਹਨਾਂ ਨੇ ਆਪਦਾ ਸੌਦਾ ਵੇਚਣਾ। ਤੇ ਮੈਂ ਨਾ ਕਦੇ ਕਦੇ ਰਵੀਸ਼ ਕੁਮਾਰ ਦੀ ਗੱਲ ਨੂੰ 100% ਸਹੀ ਮੰਨਦਾ ਵੀ ਜੇਕਰ ਤੁਸੀਂ ਤਣਾਅ ਤੋਂ ਬਚਣਾ, ਜੇਕਰ ਤੁਸੀਂ ਬਲੱਡ ਪ੍ਰੈਸ਼ਰ ਤੋਂ ਬਚਣਾ, ਜੇਕਰ ਤੁਸੀਂ ਸ਼ੂਗਰ ਠੀਕ ਰੱਖਣੀ ਆ, ਤਾਂ ਫਿਰ ਤੁਹਾਨੂੰ ਜਿਹੜਾ ਗੋਦੀ ਮੀਡੀਆ ਦੇ ਅੰਗ ਵੇਖਣੇ ਬੰਦ ਕਰਨੇ ਪੈਣਗੇ। ਹੁਣ ਗੋਦੀ ਮੀਡੀਆ ਹੋਰ ਹੀ ਪਾ ਕੇ ਉੱਚੇ ਅੱਡੇ ਵਾਲੀ ਸੈਡਲ ਜੇ ਕੁੜੀਆਂ ਇਹ ਤੁਰੀਆਂ ਫਿਰਨੀਆਂ, ਇਹ ਦੇਖੀਏ BJP ਨੇ ਤਾਂ ਫਿਰ ਵੀ 100 ਸੀਟ ਕੇ ਕਰੀਬ ਲੈ ਲਈ। ਹੁਣ ਆਹ ਕੰਮ ਸ਼ੁਰੂ ਹੋ ਜਾਊਗਾ, ਪਰ ਉਹਨਾਂ ਨੂੰ ਇਹ ਚਾਹੀਦਾ ਵੀ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸ਼ੁਰੂ ਕਰ ਦੇਣ। ਬਿਲਕੁਲ, ਪੱਤਰਕਾਰੀ ਕਿਤੇ ਨਾ ਕਿਤੇ ਲੀਹਾਂ ਤੋਂ ਉਤਰਦੀ ਹੋਈ ਨਜ਼ਰ ਆ ਰਹੀ ਹੈ ਵੱਡੇ ਪੱਧਰ ਦੇ ਉੱਪਰ। ਇਸ ਪੱਤਰਕਾਰੀ ਦੇ ਨਾਲ ਵੀ ਜੋ ਖਿਲਵਾੜ ਹੋ ਰਿਹਾ ਹੈ, ਕਹਿ ਦਿੰਦੇ ਨੇ ਕਿ ਹਰ ਕੋਈ ਹੁਣ ਜਦੋਂ ਦਾ ਸੋਸ਼ਲ ਮੀਡੀਆ ਆਇਆ ਹਰ ਕੋਈ ਆਪਣੇ ਆਪ 'ਚ ਪੱਤਰਕਾਰ ਬਣ ਰਿਹਾ। ਸੋ ਟੈਨਾ ਸਾਹਿਬ, ਲਗਾਤਾਰ ਗੱਲ ਕਰ ਲੈਂਦੇ ਆ ਆਪਾਂ। ਆਲੋਚਕ ਹੁੰਦੇ ਨੇ ਕਿਉਂਕਿ ਮੋਦੀ ਸਰਕਾਰ ਹੈ, ਸੱਤਾ ਦੇ ਵਿੱਚ ਹੈ, ਆਲੋਚਕ ਤਾਂ ਹੋਣਗੇ, ਵਿਰੋਧੀ ਧਿਰਾਂ ਵੀ ਹੋਣਗੀਆਂ ਆਲੋਚਕ। ਪਰ ਜੇਕਰ ਇੱਕ ਨਜ਼ਰ ਮਾਰੀਏ ਕਿ ਜੇਕਰ ਮੋਦੀ ਸਰਕਾਰ ਨਹੀਂ ਤੇ ਭਾਰਤ ਦੇਸ਼ ਵਿੱਚ ਕਿਹੜੀ ਸਿਆਸੀ ਪਾਰਟੀ ਹੈ ਜਿਹਨੂੰ ਤੁਸੀਂ ਏਡਾ ਵੱਡਾ ਰਾਜ ਦੇ ਸਕਦੇ ਹੋ, ਤਾਂ ਤੁਸੀਂ ਉਮੀਦ ਕਰ ਸਕਦੇ ਹੋ ਕਿ ਇਹ ਸਹੀ ਸਲਾਮਤ ਸਹੀ ਤਰ੍ਹਾਂ ਸਾਡਾ ਦੇਸ਼ ਚਲਾਊਗੀ, ਸਾਡੀਆਂ ਆਉਣ ਵਾਲੇ 5 ਸਾਲ ਅੱਗੇ ਸਿਕਿਉਰ ਨੇ, ਜੋ ਸਾਨੂੰ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਦੇਖੋ, ਗੱਲ ਇਹ ਆ ਵੀ ਕਿਸੇ ਦੇ ਬਾਰੇ ਵੀ ਇੱਕਦਮ ਇਹ ਅੰਦਾਜ਼ਾ ਨਹੀਂ ਲੱਗ ਸਕਦਾ। ਆਪਾਂ ਕਹਿ ਦਈਏ ਵੀ ਮਮਤਾ ਬੈਨਰਜੀ ਜੇਕਰ ਦੇਸ਼ ਦੀ ਅਗਵਾਈ ਕਰੇ ਤਾਂ ਸਭ ਕੁਝ ਠੀਕ ਹੋ ਜੂ, ਵੀ ਆਪਾਂ ਕਿਹੜਾ ਕੋਈ ਭਵਿੱਖਬਾਣੀਆਂ ਕਰਨ ਵਾਲੇ ਵੀ ਭਾਈ ਏਦਾਂ ਹੋ ਜੂ। ਇਹ ਤਾਂ ਵਕਤ ਨੇ ਬਿਆਨ ਕਰਨਾ ਵੀ ਜਿਹਨੇ ਜੋ ਵਾਅਦਾ ਕੀਤਾ ਉਹ ਪੂਰਾ ਕਰ ਸਕਦੇ ਕਿ ਨਹੀਂ। ਪਰ ਜ਼ਰੂਰਤ ਇਸ ਵਕਤ ਇਸ ਗੱਲ ਦੀ ਆ ਕਿ ਚੰਗੇ ਨੂੰ ਅਸੀਂ ਪਛਾਣੀਏ ਤੇ ਉਹਨੂੰ ਵੋਟਾਂ ਪਾਈਏ। 70 ਸਾਲ ਤੋਂ ਉੱਪਰ ਹੋ ਗਏ ਆਜ਼ਾਦੀ ਨੂੰ, ਜਿਹਨੂੰ ਵੀ ਅਸੀਂ ਵੋਟਾਂ ਪਾਈਆਂ, ਤੁਸੀਂ ਆਪਦਾ ਸਵੈ ਐਨਾਲਿਸਿਸ ਕਰੋ। ਪੱਛਮੀ ਬੰਗਾਲ ਵਾਲੇ ਵੀ ਕਰਨ, ਪੰਜਾਬ ਦੇ ਵੀ ਕਰਨ, ਮੈਂ ਵੀ ਕਰਾਂ, ਹਰਿਆਣਵੀ ਵੀ ਕਰਨ, ਵੀ ਭਾਈ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਹ ਕਿੱਥੇ ਪਹੁੰਚ ਗਏ, ਅਸੀਂ ਵੋਟਾਂ ਪਾਉਣ ਵਾਲੇ ਅਸੀਂ ਕਿੱਥੇ ਜੇ ਖੜੇ ਆ। ਇਹ ਕੋਈ ਅਲਜਬਰੇ ਦਾ ਸਵਾਲ ਤਾਂ ਹੈ ਨਹੀਂ, ਇਹਦੇ ਵਿੱਚ ਤਾਂ ਕੋਈ ਅਕਲਦਾੜ ਦੀ ਵੀ ਲੋੜ ਹੈ ਨਹੀਂ, ਭਾਵੇਂ ਨਾ ਆਵੇ। ਪਰ ਇਹ ਬੰਦੇ ਨੂੰ ਸੁਤੇ ਸਿੱਧ ਗੱਲ ਸਮਝ ਆ ਜਾਂਦੀ ਹੈ ਵੀ ਦੇਖੋ ਯਾਰ, ਉਹ ਬੰਦਾ ਜਿਹਨੂੰ ਅਸੀਂ 3 ਵਾਰ ਵੋਟਾਂ ਪਾਈਆਂ, 5 ਵਾਰ ਪਾਈਆਂ, 2 ਵਾਰ ਪਾਈਆਂ, ਪਿਛਲੀ ਵਾਰ ਜਿਤਾਇਆ, ਉਹ ਕਿੱਥੇ ਪਹੁੰਚ ਗਿਆ? ਉਹਦਾ ਕਾਰੋਬਾਰ ਇੰਨਾ ਕੁ ਸੀਗਾ, ਉਹਦਾ ਕਾਰੋਬਾਰ ਕਿੱਥੇ ਗਿਆ? ਤੇ ਸਾਡੇ ਕੋਲੇ 5 ਏਕੜ ਜ਼ਮੀਨ ਸੀ, ਇਹ ਘਟ ਕੇ 1.5 ਕਾਤੋਂ ਰਹਿ ਗਈ। ਸਾਡੇ ਕੋਲੇ 7 ਸੀ, ਇਹ ਘਟ ਕੇ 4 ਕਾਤੋਂ ਰਹਿ ਗਈ। ਸਾਡੀ ਜ਼ਮੀਨ ਸਾਰੀ ਕਾਤੋਂ ਵਿਕ ਗਈ, ਸਾਡਾ ਟਰੈਕਟਰ ਕਾਤੋਂ ਵਿਕ ਗਿਆ, ਸਾਡਾ ਕਾਰੋਬਾਰ ਕਾਤੋਂ ਠੱਪ ਹੋ ਗਿਆ। ਇਹ ਤਾਂ ਬਹੁਤ ਮਾਮੂਲੀ ਜੀ ਗੱਲ ਹੈ, ਛੋਟੀ ਜੀ ਗੱਲ ਹੈ। ਜੇਕਰ ਸਮਝ ਦਾ ਹਿੱਸਾ ਬਣ ਜੇ ਤਾਂ ਫਿਰ ਬੰਦੇ ਆਪਾਂ ਨੂੰ ਚੰਗੇ ਆਪ ਬਣ ਕੇ ਤੇ ਚੰਗੇ ਚੁਣਨੇ ਪੈਣਗੇ। ਜੇ ਅਸੀਂ ਕੱਲੀਆਂ ਸਰਕਾਰਾਂ ਤੇ ਰੱਖਾਂਗੇ ਟੇਕ ਤਾਂ ਸਾਡਾ ਕੁਝ ਨਹੀਂ ਬਣਨਾਗਾ। ਮੈਂ ਨਾ ਇੱਕ ਦਿਨ ਸੋਚਦਾ ਸੀ, ਜਦੋਂ ਨਾ ਅਸੀਂ ਇਹ ਗੱਲ ਕਹਿੰਦੇ ਆ
ਖਬਰਾਂ ਦੇ ਆਰ-ਪਾਰ ਦੇ ਵਿੱਚ ਵੀ ਬੈਠ ਕੇ ਕਿ ਜੀ ਦੇਖੋ ਇਸ ਬੰਦੇ ਨੇ ਬਹੁਤ ਚੰਗਾ ਕੰਮ ਕੀਤਾ, ਇਹਨੇ ਆਟੋ ਨੂੰ ਐਂਬੂਲੈਂਸ ਬਣਾ ਲਿਆ, ਇਹਨੇ ਫਲਾਣੀ ਚੀਜ਼ ਦੇ ਵਿੱਚ ਆਹ ਦਾਨ ਕੀਤਾ, ਇਹਨੇ ਘਰਵਾਲੀ ਦੇ ਗਹਿਣੇ ਵੇਚ ਕੇ ਵੀ ਲੋਕਾਂ ਦੀ ਮਦਦ ਕੀਤੀ ਆ। ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਫਿਰ ਅਸੀਂ ਸਰਕਾਰਾਂ ਨੂੰ ਕਿਉਂ ਚੁਣਦੇ ਆ, ਇਹ ਕੰਮ ਸਰਕਾਰਾਂ ਦੇ ਆ। ਹੁਣ ਜਦੋਂ ਅਸੀਂ ਸਰਕਾਰਾਂ ਚੁਣਨ ਵੇਲੇ ਗਲਤੀ ਕਰ ਲਈ, ਉਸ ਗਲਤੀ ਦੇ ਉੱਤੇ ਇਹ ਵੀ ਦੁਹਰਾਈਏ ਵੀ ਬੰਦਾ ਮੂਹਰੇ ਤੜਫੀ ਜਾਂਦਾ ਹੋਵੇ ਤੇ ਅਸੀਂ ਫਿਰ ਉਹਨੂੰ ਬਚਾਈਏ ਨਾ। ਉਸ ਤੋਂ ਬਾਅਦ ਸਾਡੇ ਆਪ ਦੇ ਹਿੱਸੇ ਆ ਵੀ ਕਿਹਨੂੰ ਅਸੀਂ ਬਚਾਉਣਾ। ਸੋ ਜਿਹੜੇ ਲੋਕ ਇੱਕ ਦੂਜੇ ਦੀ ਮਦਦ ਕਰਦੇ ਉਹਨਾਂ ਨੂੰ ਸਲਾਮ ਕਰਨੀ ਬਣਦੀ ਹੈ ਤੇ ਵੋਟਾਂ ਪਾਉਣ ਵੇਲੇ ਸਿਰ ਤੋਂ ਕੱਬ ਲੈਣਾ ਚਾਹੀਦਾ ਜੀ। ਬਿਲਕੁਲ। ਸੋ ਜੇਕਰ ਦੱਸੀਏ ਤਾਂ ਪੱਛਮੀ ਬੰਗਾਲ ਦੀ ਗੱਲ ਕਰ ਲਈਏ ਤੇ ਪੱਛਮੀ ਬੰਗਾਲ ਦੇ ਵਿੱਚ ਲਗਾਤਾਰ ਤ੍ਰਿਣਮੂਲ ਕਾਂਗਰਸ ਜੋ ਅੱਗੇ ਚੱਲ ਰਹੀ ਹੈ ਨੰਦੀਗ੍ਰਾਮ ਸੀਟ ਦੇ ਉੱਪਰ, ਕਿਤੇ ਨਾ ਕਿਤੇ ਮਮਤਾ ਬੈਨਰਜੀ ਜੋ ਪਿੱਛੇ ਹੈ। ਸੋ ਟੈਨਾ ਸਾਹਿਬ, ਕਿਉਂਕਿ ਸਾਡਾ ਪ੍ਰੋਗਰਾਮ ਵੀ ਖਾਸ ਹੈ ਕਿ ਕੌਣ ਬਣੇਗਾ ਮੁੱਖ ਮੰਤਰੀ, ਜੇਕਰ ਪੱਛਮੀ ਬੰਗਾਲ ਦੀ ਹੁਣ ਦੀ ਰੋਜ਼ਾਨਾ ਦੀ ਸਥਿਤੀ ਨੂੰ ਵੇਖੀਏ, ਜੇਕਰ ਨੰਦੀਗ੍ਰਾਮ ਸੀਟ ਮਮਤਾ ਬੈਨਰਜੀ ਹਾਰ ਜਾਂਦੀ ਹੈ ਤੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋ ਸਕਦਾ ਹੈ? ਕਿਉਂਕਿ ਅਜਿਹੀਆਂ ਤਿਆਰੀਆਂ ਤਾਂ ਨਹੀਂ ਕੀਤੀਆਂ ਹੋ ਸਕਦੀਆਂ ਕਿ ਵੀ ਨੰਦੀਗ੍ਰਾਮ ਤੋਂ ਮਮਤਾ ਬੈਨਰਜੀ ਹਾਰ ਜਾਵੇ। ਕਿੰਜ ਲੱਗਦਾ ਕਿ ਵੱਡੀ ਚੁਣੌਤੀ ਹੋ ਜਾਵੇ? ਦੇਖੋ ਚੁਣੌਤੀ ਤਾਂ ਹੋਊਗੀ। ਇਹ ਵੀ ਹੋ ਸਕਦਾ ਬੀਜੇਪੀ ਦੇ ਵੱਲੋਂ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਬੀਜੇਪੀ ਦੇ ਵੱਲੋਂ ਨਵਾਂ ਪਟਾਕਾ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ ਵੀ ਹੁਣ ਜਦੋਂ ਅਗਵਾਈ ਕਰਨ ਵਾਲੀ ਹਾਰ ਗਈ ਆ ਤੇ ਫਿਰ ਅਸੀਂ ਇਹ ਤੋਂ ਵਿੱਚ ਕੋਈ ਨਾ ਕੋਈ ਆਪਦੀ ਛੁਰਲੀ ਨਵੀਂ ਛੱਡ ਦਈਏ। ਪਰ ਮੈਨੂੰ ਲੱਗਦਾ ਵੀ ਉੱਥੋਂ ਦੇ ਜਿਹੜੇ ਵਿਧਾਇਕ ਆ ਜਾਂ ਉੱਥੋਂ ਦਾ ਜਿਹੜਾ ਪ੍ਰਬੰਧ ਆ ਉਹਦੇ ਮੁਤਾਬਕ ਉਹਨਾਂ ਨੇ ਕੋਈ ਨਾ ਕੋਈ ਅਗਾਊਂ ਫੈਸਲਾ ਵੀ ਕੀਤਾ ਹੋਊਗਾ। ਇਹ ਤਾਂ ਹੁਣ ਆਥਣ ਤੱਕ ਪਤਾ ਲੱਗ ਜਾਊਗਾ, ਕਿਉਂਕਿ ਮੈਨੂੰ ਲੱਗਦਾ ਵੀ 4 ਵਜੇ ਤੱਕ ਸਾਰੀ ਗੱਲ ਕਲੀਅਰ ਹੋ ਜਾਣੀ ਹੈ, ਸਾਰੀਆਂ ਸੀਟਾਂ ਦੇ ਨਤੀਜੇ ਸਾਹਮਣੇ ਆ ਜਾਣੇ ਆ। ਹਾਲੇ ਵੀ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਕਿ ਭਾਈ ਇਹ ਜਿਹੜੀ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਹਾਰ ਗਈ ਆ, ਕਿਉਂਕਿ ਪਿੰਡੂ ਖੇਤਰ ਦੇ ਵਿੱਚ ਜਿਹੜੀਆਂ ਉਹ ਹਾਲੇ ਤੱਕ ਮਸ਼ੀਨਾਂ ਖੁੱਲਣੀਆਂ, ਜਿਹੜੇ ਪਿੰਡੂ ਖੇਤਰ ਦੇ ਵਾਰਡ ਆ, ਕਿਉਂਕਿ ਸ਼ਹਿਰੀ ਖੇਤਰ ਦੀਆਂ ਵੋਟਾਂ ਪੈ ਗਈਆਂ ਜਿਵੇਂ ਪੰਜਾਬ ਦੇ ਵਿੱਚ ਹੁੰਦਾ। ਕਈ ਵਾਰ ਇਉਂ ਲੱਗਦਾ ਵੀ ਉਹ ਜਿਹੜਾ ਉਮੀਦਵਾਰ ਹੈ ਤਾਂ 20,000 ਤੇ ਗਿਆ, ਪਰ ਅਚਾਨਕ ਪਤਾ ਲੱਗਦਾ ਵੀ ਇੱਕ ਵਾਰਡ ਦੇ ਵਿੱਚ ਹੀ ਉਹ 10,000 ਦਾ ਫਰਕ ਕੱਢ ਗਿਆ, ਅਗਲੇ ਵਾਰਡ ਦੇ ਵਿੱਚ ਫਿਰ ਕੱਢ ਗਿਆ, ਉਹ ਫਿਰ ਵੀ 5-7-10,000 ਤੇ ਜਿੱਤ ਜਾਂਦਾ ਹੁੰਦਾ। ਤਿੱਖੀ ਟੱਕਰ ਆ ਸ਼ੁਭੇਂਦਰੂ ਅਧਿਕਾਰੀ ਦੇ ਵੱਲੋਂ ਦਿੱਤੀ ਜਾ ਰਹੀ, ਪਰ ਹਾਲੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ, ਸ਼ਾਇਦ ਆਸਵੰਦੀ ਗੱਲ ਹੋ ਜੇ। ਬਿਲਕੁਲ ਟੈਨ ਸਾਹਿਬ, ਸੋ ਲਗਾਤਾਰ ਜੋ ਸ਼ੁਰੂਆਤੀ ਰੁਝਾਨ ਆ ਰਹੇ ਨੇ, ਜਿੱਥੇ ਪੱਛਮੀ ਬੰਗਾਲ ਦੇ ਵਿੱਚ ਤਿੱਖੀ ਟੱਕਰ ਟੀਐਮਸੀ ਦੇ ਵੱਲੋਂ ਭਾਜਪਾ ਨੂੰ ਦਿੱਤੀ ਜਾ ਰਹੀ ਹੈ, ਉੱਥੇ ਹੀ ਲਗਾਤਾਰ ਦੂਜੇ ਸਟੇਟਸ ਦੇ ਵੱਲੋਂ ਵੀ ਰੁਝਾਨ ਆ ਰਹੇ ਨੇ। ਟੈਨ ਸਾਹਿਬ, ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਹੁਣ ਗੱਲ ਕਰ ਹੀ ਰਹੇ ਹਾਂ ਕੌਣ ਬਣੇਗਾ ਮੁੱਖ ਮੰਤਰੀ ਦੀ, ਤੇ ਪੰਜਾਬ ਦੇ ਲੋਕਾਂ ਪੰਜਾਬੀ ਆਉਣ ਵਾਲੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਕਾਫੀ ਸਰਗਰਮ ਹੋ ਚੁੱਕੇ ਨੇ, ਸਿਆਸੀ ਪਾਰਟੀਆਂ ਕਾਫੀ ਸਰਗਰਮ ਹੋ ਚੁੱਕੀਆਂ ਨੇ, ਤੇ ਪੰਜਾਬ ਦੀ ਵੀ ਗੱਲ ਕਰ ਲੈਂਦੇ ਹਾਂ। ਕਿੰਜ ਵੇਖਦੇ ਹੋ 2022 ਦੇ ਸਮੀਕਰਨ ਨੂੰ? ਅੱਜ ਵਾਲੇ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਉਹ ਹੱਕ ਦੇ ਵਿੱਚ ਜਾਂਦੇ ਹੋਏ ਨਤੀਜੇ ਵੇਖ ਕੇ ਹਰਜੀਤ ਗਰੇਵਾਲ ਨੂੰ ਬਹੁਤ ਵੱਡਾ ਝਟਕਾ ਲੱਗੂਗਾ। ਉਹ ਇਹ ਗੱਲ ਕਹਿੰਦੇ ਹੁੰਦੇ ਆ ਵੀ ਪੰਜਾਬ ਦੇ ਵਿੱਚ ਤਾਂ ਸਾਡੀ ਸਰਕਾਰ ਬਣ ਹੀ ਜਾਣੀ ਆ ਤੇ ਪੱਛਮੀ ਬੰਗਾਲ ਦੇ ਵਿੱਚ ਇਹ ਸਿਰਫ ਨਾਂ ਦੀਆਂ ਗੱਲਾਂ, ਇਸ ਔਰਤ ਦਾ ਤਾਂ ਬਸ ਕੰਮ ਖਤਮ, ਇਸ ਔਰਤ ਨੇ ਤਾਂ ਹਾਰ ਹੀ ਜਾਣਾ। ਅੱਜ ਉਹਨਾਂ ਨੂੰ ਵੀ ਸਵੈ ਚਿੰਤਨ ਕਰਨਾ ਪਊਗਾ ਵੀ ਭਾਈ ਅਸੀਂ ਕਿੱਥੇ ਜੇ ਖੜੇ ਆ। ਬੀਜੇਪੀ ਦੇ ਲਈ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਚੁਣੌਤੀਆਂ ਹਨ ਤੇ ਸ਼ਾਇਦ ਰਹਿਣਗੀਆਂ ਵੀ। ਉਹਦਾ ਕਾਰਨ ਇਹ ਆ ਵੀ ਕੱਲੇ ਤੌਰ ਦੇ ਉੱਤੇ ਬੀਜੇਪੀ ਦੇ ਪਿੜ ਪੱਲੇ ਬਾਹਲਾ ਕੁਝ ਹੈ ਨਹੀਂਗਾ। ਐਤਕੀ ਇਹਨਾਂ ਨੇ ਅਕਾਲੀ ਦਲ ਦੇ ਨਾਲੋਂ ਵੀ ਰਿਸ਼ਤਾ ਤੋੜਿਆ, ਐਤਕੀ ਇਹਨਾਂ ਦੇ ਮੂਹਰੇ ਕਿਸਾਨਾਂ ਦੇ ਕਰਕੇ ਬਹੁਤ ਵੱਡੀਆਂ ਚੁਣੌਤੀਆਂ, ਵਪਾਰੀ ਵਰਗ ਵੀ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਉਹਨਾਂ ਨਾਲ ਟੁੱਟਿਆ। ਸੋ ਬੀਜੇਪੀ ਹੈ ਜਿਹੜੀ ਉਹ ਲੱਗਦਾ ਨਹੀਂ ਕਿ ਹਾਲ ਦੀ ਘੜੀ ਮੁਕਾਬਲੇ 'ਚ ਕੱਲ ਨੂੰ ਕੋਈ ਚਮਤਕਾਰ ਹੋ ਜੇ, ਲੋਕ ਮਗਰ ਲੱਗ ਤੁਰਨ, ਇਹਦੇ ਬਾਬਤ ਆਪਾਂ ਕੁਝ ਕਹਿ ਨਹੀਂ ਸਕਦੇ, ਲੋਕ ਲੱਗ ਵੀ ਜਾਂਦੇ ਹੁੰਦੇ ਆ। ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਜਦੋਂ ਲੋਕ ਕਚੋਰੀਆਂ ਦੇ ਪਿੱਛੇ ਪੱਗਾਂ ਲਾਉਂਦੇ ਆ, ਦੁੱਖ ਹੁੰਦਾ ਜਦੋਂ ਸਮੋਸਿਆਂ ਦੇ ਲੰਗਰ ਲੱਗਾ ਹੁੰਦਾ ਤੇ ਲੋਕ ਇੱਕ ਦੂਜੇ ਲੀੜੇ ਪਾੜਦੇ ਆ। ਲੋਕਾਂ ਨੂੰ ਇਹ ਗੱਲਾਂ ਛੱਡ ਕੇ ਇਹ ਸੋਚਣਾ ਚਾਹੀਦਾ ਵੀ ਅਸੀਂ ਚੰਗਾ ਚੁਣਨਾ, ਥੋੜੀ ਜਿਹੀ ਗੈਰਤਮੰਦੀ ਜਿਉਂਦੀ ਰੱਖਣੀ ਚਾਹੀਦੀ ਹੈਗੀ ਵੀ ਆ, ਪਰ ਕੁਝ ਕੁ ਲੋਕ ਲਾਈ ਲੱਗ ਬਣ ਜਾਂਦੇ ਆ। ਉਸ ਤੋਂ ਅਗਲੀ ਗੱਲ ਇਹ ਆ ਵੀ ਅੱਜ ਕੱਲ ਲੋਕ ਸਵਾਦ ਲੈ ਰਹੇ ਆ, ਸਿੱਧੂ ਨੇ ਕੀ ਕਹਿਤਾ, ਕੈਪਟਨ ਕੀ ਕਰੂ, ਇਹਨਾਂ ਗੱਲਾਂ ਤੋਂ ਵੀ ਸੋਚਣਾ ਚਾਹੀਦਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਬੀਜੇਪੀ 'ਚ ਸੀ ਤਾਂ ਪੰਜਾਬ ਦਾ ਨੁਕਸਾਨ ਕੀ ਹੋਇਆ, ਜੇ ਉਹ ਕਾਂਗਰਸ ਦੇ ਵਿੱਚ ਆ ਗਿਆ ਪੰਜਾਬ ਦਾ ਫਾਇਦਾ ਕੀ ਹੋਇਆ, ਜੇ ਕਾਂਗਰਸ ਤੋਂ ਚਲਾ ਗਿਆ ਤੇ ਫਿਰ ਵੀ ਪੰਜਾਬ ਦਾ ਕੀ ਨੁਕਸਾਨ ਹੋਣਾ। ਪੰਜਾਬ ਦੇ ਲੋਕਾਂ ਨੇ ਆਪਦੀਆਂ, ਜਿਵੇਂ ਕਹਿੰਦੇ ਹੁੰਦੇ ਨਾ ਸਿਆਣੇ ਬੀਬੀਆਂ ਕਹਿੰਦੀਆਂ ਹੁੰਦੀਆਂ, ਪੁੱਤ ਆਪਦੀਆਂ ਮੀਡੀਆਂ ਆਪਣੇ ਗੁੰਦਣੀਆਂ ਸਿੱਖੋ, ਉਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਆਪ ਦਾ ਭਲਾ ਆਪ ਸੋਚਣਾ ਪਊਗਾ। ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਰਾਜਨੀਤਿਕ ਦੰਗਲ ਭਖੂਗਾ। ਅਕਾਲੀ ਦਲ ਨੇ ਤਾਂ ਕੁਝ ਉਮੀਦਵਾਰ ਐਲਾਨ ਵੀ ਦਿੱਤੇ ਆ, ਕਾਂਗਰਸ ਦੇ ਵਿੱਚ ਪਾਟੋ ਧਾੜ ਦੀਆਂ ਪੂਰੀਆਂ ਸੰਭਾਵਨਾਵਾਂ। ਆਮ ਆਦਮੀ ਪਾਰਟੀ ਆਸਵੰਦ ਆ ਇਸ ਵਕਤ ਵੀ ਭਾਈ ਸ਼ਾਇਦ ਸਾਡੀ ਗੱਲ ਬਣ ਜਾਵੇ, ਬਾਕੀ ਸਮੇਂ ਨੇ ਸਾਰਾ ਕੁਝ ਬਿਆਨ ਕਰਨਾ। ਬਿਲਕੁਲ। ਸੋ ਲਗਾਤਾਰ ਜੋ 5 ਰਾਜਾਂ ਦੇ ਚੋਣ ਨਤੀਜੇ ਆ ਰਹੇ ਨੇ, ਸਾਰੇ ਹੀ ਰਾਜਾਂ ਦੇ ਵਿੱਚ ਜੋ ਲਗਾਤਾਰ ਪਿਛਲੇ ਦਿਨੀ ਚੋਣ ਪ੍ਰਚਾਰ ਹੋਇਆ, ਉਹਨਾਂ ਤੋਂ ਹਰੇਕ ਪਾਰਟੀ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹਨਾਂ ਦੀ ਹੀ ਪਾਰਟੀ ਜਿੱਤੇਗੀ, ਪਰ ਜੋ ਸ਼ੁਰੂਆਤੀ ਰੁਝਾਨ ਨੇ ਪੱਛਮੀ ਬੰਗਾਲ ਦੇ ਵਿੱਚ ਲਗਾਤਾਰ ਤ੍ਰਿਣਮੂਲ ਕਾਂਗਰਸ ਅੱਗੇ ਚੱਲ ਰਹੀ ਹੈ, ਕੇਰਲ ਦੇ ਵਿੱਚ ਟੈਨਾ ਸਾਹਿਬ ਬਾਕੀ ਦੇ 4 ਰਾਜਾਂ ਦੀ ਗੱਲ ਘੱਟ ਹੋ ਰਹੀ ਹੈ, ਪੱਛਮੀ ਬੰਗਾਲ ਦੀ ਗੱਲ ਜ਼ਿਆਦਾ ਹੋ ਰਹੀ ਹੈ, ਵਜ੍ਹਾ ਕੀ ਹੈ? ਇਹ ਪੱਛਮੀ ਬੰਗਾਲ ਕਿਉਂਕਿ ਇੱਕ ਤਾਂ ਵੱਡਾ ਸੂਬਾ, ਦੂਜੀ ਗੱਲ ਇਹ ਆ ਵੀ ਪੱਛਮੀ ਬੰਗਾਲ ਦੇ ਵਿੱਚ ਇੱਕ ਔਰਤ ਨੂੰ ਹਰਾਉਣ ਦੇ ਲਈ ਬੀਜੇਪੀ ਨੇ ਸਭ ਤੋਂ ਵੱਧ ਤਾਣ ਲਾਇਆ। ਤੀਜੀ ਗੱਲ ਇਹ ਆ ਵੀ ਕਿਸਾਨ ਵੀ ਉੱਥੇ ਜਾ ਕੇ ਪ੍ਰਚਾਰ ਕਰਕੇ ਆਏ ਆ,
ਚੌਥੀ ਗੱਲ ਇਹ ਆ ਵੀ ਸੱਟ ਲੱਗਣ ਦੇ ਬਾਵਜੂਦ ਮਮਤਾ ਬੈਨਰਜੀ ਨੇ ਨਿੱਠ ਕੇ ਵੀਲ ਚੇਅਰ ਤੇ ਬੈਠ ਕੇ ਪ੍ਰਚਾਰ ਕੀਤਾ। ਵੱਡੀ ਗੱਲ ਇਸ ਤੋਂ ਇਹ ਆ ਵੀ 10 ਸਾਲ ਤੋਂ ਮਮਤਾ ਬੈਨਰਜੀ ਦੀ ਸਰਕਾਰ ਆ ਉੱਥੇ, ਤੇ ਆਮ ਤੌਰ ਦੇ ਉੱਤੇ ਧਾਰਨਾ ਇਹ ਆ ਵੀ ਜਦੋਂ 10 ਸਾਲ ਤੋਂ ਸਰਕਾਰ ਹੋਵੇ ਲੋਕ ਸੱਤਾਧਾਰੀ ਧਿਰ ਤੋਂ ਅੱਕ ਜਾਂਦੇ ਆ ਤੇ ਫਿਰ ਉਹ ਭਾਵੇਂ ਜਿਹੜੀ ਮਰਜ਼ੀ ਮੂਹਰੇ ਪਾਰਟੀ ਹੋਵੇ ਉਹਦੇ ਹੱਕ 'ਚ ਭੁਗਤ ਜਾਂਦੇ ਆ, ਵਰਤਮਾਨ ਨੂੰ ਹਰਾ ਦਿੰਦੇ ਆ। ਇਹਨਾਂ ਸਾਰੀਆਂ ਗੱਲਾਂ ਦੇ ਕਰਕੇ ਲੋਕਾਂ ਦਾ ਪੱਛਮੀ ਬੰਗਾਲ ਦੇ ਵੱਲ ਧਿਆਨ ਸੀ। ਮੈਂ ਤਾਂ ਇਹ ਸੋਚਦਾ ਵੀ ਪੰਜਾਬ ਦੇ ਵਿੱਚ ਵੀ ਧਿਆਨ ਇਦਾਂ ਸੀ ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਹੁੰਦੇ ਆ। ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਫੋਨ ਆਉਂਦੇ ਆ, ਮੈਂ ਕੁਝ ਕੁ ਰੇਡੀਓ ਦੇ ਉੱਤੇ ਜਿੱਥੇ ਕੰਮ ਕਰਦਾ, ਉਹ ਲੋਕ ਵਿੱਚ ਫੋਨ ਕਰਕੇ ਪੁੱਛਦੇ ਬਾਈ ਜੀ ਪੱਛਮੀ ਬੰਗਾਲ ਦਾ ਕੀ ਬਣੂਗਾ। ਕਿਸੇ ਨੇ ਅਜੇ ਤੱਕ ਇਹ ਨਹੀਂ ਪੁੱਛਿਆ ਬਾਈ ਜੀ ਪੁਡੂਚੇਰੀ 'ਚ ਕੀ ਬਣੂਗਾ, ਕਿਉਂਕਿ ਲੋਕਾਂ ਨੂੰ ਪਤਾ ਵੀ ਪੁਡੂਚੇਰੀ ਦੇ ਵਿੱਚ ਕੀ ਬਣਨਾ, ਕੇਰਲਾ ਦੇ ਵਿੱਚ ਕੀ ਬਣਨਾ, ਲੋਕਾਂ ਨੂੰ ਪਤਾ ਵੀ ਉੱਥੇ ਬੀਜੇਪੀ ਕਿੰਨੇ ਕੁ ਜੋਗੀ ਹੈ। ਜਿਹੜੀ ਥਾਂ ਦੇ ਉੱਤੇ ਜਾ ਕੇ ਇਹਨਾਂ ਨੇ ਸਾਰੀ ਸਰਕਾਰੀ ਮਸ਼ੀਨਰੀ ਝੋਕਤੀ, ਪੂਰੇ ਭਾਰਤ ਦੀ ਬੀਜੇਪੀ ਮਗਰ ਲੱਗ ਗਈ, ਪੂਰੀ ਕੇਂਦਰ ਜਿਹੜੀ ਆ ਉਹ ਮਗਰ ਲੱਗੀ ਹੋਈ ਆ। ਸਾਰੀਆਂ ਏਜੰਸੀਆਂ ਨੇ ਪੂਰਾ ਜ਼ੋਰ ਲਾਇਆ ਵੀ ਭਾਈ ਇੱਧਰ ਛਾਪਾ ਮਾਰ ਲਓ, ਇਹਨੂੰ ਤੋੜ ਦਿਓ, ਉੱਧਰ ਛਾਪਾ ਮਾਰ ਲਓ, ਇੱਧਰ ਰੇਡ ਕਰ ਦਿਓ। ਫਿਰ ਉਸ ਤੋਂ ਬਾਅਦ ਹਰ ਸੂਬੇ ਦਾ ਮੁੱਖ ਮੰਤਰੀ ਜਿੱਥੇ ਬੀਜੇਪੀ ਦੀ ਸਰਕਾਰ ਆ ਉਹਨੇ ਪੂਰਾ ਤਾਣ ਲਾਇਆ। ਇਸ ਦੇ ਬਾਵਜੂਦ ਇੱਕ ਔਰਤ ਜੇਕਰ ਵੀਲ ਚੇਅਰ ਤੇ ਬੈਠੀ ਐਂ ਕਰਕੇ ਜਿਹਨੇ ਪ੍ਰਚਾਰ ਕੀਤਾ, ਉਹਦੀ ਪਿੱਠ ਤੇ ਲੱਤ ਵਾਲੀ ਗੱਲ ਹੀ ਇਹ ਵੀ ਭਾਈ ਉਹਨੇ ਆਪਦਾ ਜਲਵਾ ਪੇਸ਼ ਕਰਤਾ। ਬਿਲਕੁਲ। ਸੋ ਸਾਰੀ ਹੀ ਚਰਚਾ ਕੀਤੀ ਹੈ, ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ, ਸ਼ੁਰੂਆਤੀ ਰੁਝਾਨਾਂ ਦੇ ਬਾਰੇ ਤੁਹਾਡੇ ਨਾਲ ਚਰਚਾ ਹੋਈ ਹੈ। ਟਾਣਾ ਸਾਹਿਬ ਜਾਂਦੇ ਜਾਂਦੇ ਦਰਸ਼ਕਾਂ ਨੂੰ ਮੌਜੂਦਾ ਸਥਿਤੀ ਦੱਸਣੀ ਹੋਵੇ ਰੁਝਾਨਾਂ ਦੀ ਤਾਂ? ਹਾਂ ਬਿਲਕੁਲ ਜੀ, ਮੌਜੂਦਾ ਸਥਿਤੀ ਇਹ ਆ ਕਿ ਤ੍ਰਿਣਮੂਲ ਕਾਂਗਰਸ ਇਹ ਐਨਡੀਟੀਵੀ ਦੇ ਹਵਾਲੇ ਦੇ ਨਾਲ ਵੀ ਹੈ ਜੋ ਉਹਨਾਂ ਦੇ ਕੋਲੇ ਜਾਣਕਾਰੀ ਆ। ਹਾਲਾਂਕਿ ਕੁਝ ਕੁ ਜਿਹੜੇ ਟੀਵੀ ਚੈਨਲ ਆ ਉਹ ਘੱਟ ਜਾਂ ਵੱਧ ਵੀ ਸੀਟਾਂ ਦੱਸ ਰਹੇ ਆ, ਪਰ ਐਨਡੀਟੀਵੀ ਦਾ ਕਹਿਣਾ ਹੈਗਾ ਜੀ ਕਿ ਤਾਮਿਲਨਾਡੂ ਦੇ ਵਿੱਚ ਡੀਐਮਕੇ 136 ਸੀਟਾਂ ਦੇ ਉੱਤੇ ਅੱਗੇ ਆ, ਅਸਾਮ ਦੇ ਵਿੱਚ ਬੀਜੇਪੀ 85 ਸੀਟਾਂ ਦੇ ਉੱਤੇ ਅੱਗੇ ਆ, ਪੁਡੂਚੇਰੀ ਦੇ ਵਿੱਚ ਐਨਆਰਸੀ 12 ਸੀਟਾਂ ਦੇ ਉੱਤੇ ਅੱਗੇ ਆ, ਤੇ ਤ੍ਰਿਣਮੂਲ ਕਾਂਗਰਸ ਆ ਜਿਹੜੀ ਉਹ ਲਗਭਗ 150 ਨੂੰ ਪਾਰ ਕਰ ਚੁੱਕੀ, 160 ਨੂੰ ਪਾਰ ਇਸ ਵਕਤ ਹਾਲ ਦੀ ਘੜੀ ਹੈਗੀ ਆ। ਬਿਲਕੁਲ। ਸੋ ਲਗਾਤਾਰ ਜੋ ਤਿੱਖੀ ਟੱਕਰ ਪੱਛਮੀ ਬੰਗਾਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਤੇ ਦੂਜੇ ਪਾਸੇ ਕਿਤੇ ਨਾ ਕਿਤੇ ਸਥਿਤੀਆਂ ਸਾਫ਼ ਹੁੰਦੀਆਂ ਨਜ਼ਰ ਆ ਰਹੀਆਂ ਕਿ ਕਿਹੜੀ ਸਰਕਾਰ ਜੋ ਸੂਬੇ ਦੇ ਵਿੱਚ ਬਣਾਏਗੀ। ਸੋ ਹੁਣ ਹੁਣ ਤੱਕ ਦੀ ਖਾਸ ਜਾਣਕਾਰੀ ਲੈ ਕੇ ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸਵੰਤ ਸਿੰਘ ਟਾਣਾ ਜੀ ਦੇ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ।